ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। हम मैले तुम उजल करते, हम निर्गुण तू दाता। हम मैले तुम उजल करते, हम निर्गुण तू दाता। हम मूर्ख तुम चतुर सियाणी, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा। अब मैं कौन उपाय करूं, जेह बिद मन को संसा चूकै। भव निध पार परों, जन्म पाए कछ पलो न कीनो। ताते अधिक डरों, मन बच क्रम हर गुण नहीं गाए। यह जी सोच धरो, गुरमत सुन कछ ज्ञान न उपजयो। पस ज्यों उदर परों, कहो नानक प्रभ बिरद पछानो। तब हों पतित तारों, गुरमत सुन कछ ज्ञान न उपजयो। पस ज्यों उदर भरों, कहो नानक प्रभ बिरद पछानो। तब हों पतित तारों। सतनाम धन वाहिगुरु साहिब जीओ। जय जावंती महला नौवा। बीत जय है बीत जय है, जन्म अकाज रे। बीत जय है बीत जय है, जन्म अकाज रे। निस दिन सुन कै पुराण, समझत नह रे अजान। काल तो पहुँचो आन, कहाँ जय है भाजरे रहा। अस्थिर जो मान्यो देह,
ਸੋ ਤਉ ਤੇਰੋ ਹੋਏ ਹੈ ਖੇਹ, ਕਿਉ ਨਾ ਹਰ ਕੋ ਨਾਮ ਲੇਹ। ਮੂਰਖ ਨਿਲਾਜ ਰੇ, ਰਾਮ ਭਗਤ ਹੀਏ ਆਨ। ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ। ਜਗ ਮਹਿ ਬਿਰਾਜ ਰੇ, ਰਾਮ ਭਗਤ ਹੀਏ ਆਨ। ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ। ਜਗ ਮਹਿ ਬਿਰਾਜ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਜਿਵੇਂ ਆਪ ਸੰਗਤ ਭਲੀ ਭਾਂਤ ਇਸ ਬਾਤ ਤੋਂ ਜਾਣੂ ਹੋ, ਇਹ ਜਿਹੜਾ ਸਾਲ ਗੁਜ਼ਰ ਰਿਹਾ ਹੈ 2021, ਸਿੱਖ ਜਗਤ ਇਸ ਸਾਲ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ 400 ਸਾਲਾ ਆਗਮਨ ਗੁਰਪੁਰਬ ਦੇ ਰੂਪ ਵਿੱਚ ਮਨਾ ਰਿਹਾ ਹੈ। ਜਿਸ ਦਿਨ ਇੱਥੇ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ, ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਹਰ ਇਨਸਾਨ ਜਿਸ ਨੂੰ ਪਰਮਾਤਮਾ ਨੇ ਸਤਿਗੁਰੂ ਦੇ ਪ੍ਰਤੀ ਲਗਾਓ ਭਾਵਨਾ ਸ਼ਰਧਾ ਦਿੱਤੀ ਹੈ, ਉਹ ਆਪਣੀ ਵਿੱਤ ਔਰ ਮਤ ਅਨੁਸਾਰ ਆਪਣੇ ਸਤਿਗੁਰੂ ਜੀ ਦੀ ਸੇਵਾ ਕਰਦਾ ਹੈ। ਇਹ ਸ਼ਬਦ ਫਿਰ ਸੁਣਿਓ, ਵਿੱਤ ਔਰ ਮਤ। ਵਿੱਤ ਦਾ ਅਰਥ ਹੈ ਜਿੰਨੀ ਕੁ ਸਤਿਗੁਰਾਂ ਨੇ ਕਿਸੇ ਨੂੰ ਸਮਰੱਥਾ ਦਿੱਤੀ, ਉਹ ਦੌਲਤ ਹੋਵੇ, ਕੋਈ ਤਾਕਤ ਹੋਵੇ, ਕੋਈ ਪਦਵੀ ਹੋਵੇ, ਤੇ ਦੂਸਰੀ ਜਿੰਨੀ ਕੁ ਰੱਬ ਨੇ ਕਿਸੇ ਨੂੰ ਮਤ ਦਿੱਤੀ ਹੈ। ਕਿਉਂਕਿ ਸੰਸਾਰ ਵਿੱਚ ਵਿਚਰਨ ਵਾਸਤੇ ਮਤ ਦਾ ਬੜਾ ਵੱਡਾ ਯੋਗਦਾਨ ਹੈ। ਕਈ ਵਾਰੀ ਸੱਚ ਇਹ ਵੇ ਥੋੜੀ ਮਤ ਹੋਣ ਕਰਕੇ ਬੰਦਾ ਆਪਣੀ ਕਮਾਈ ਵੀ ਗਵਾ ਜਾਂਦਾ। ਮਤ ਥੋੜੀ ਸੇਵ ਗਵਾਈਏ, ਮਹਾਰਾਜ ਜੀ ਨੇ ਬਾਣੀ ਚ ਕਿਹਾ। ਤੇ ਮੇਰੀ ਇਸ ਬਾਰੇ ਇੱਛਾ ਸੀ, ਮੈਂ ਗੱਲ ਰਿਪੀਟ ਕਰ ਲੱਗਾ ਕਿ ਮੈਂ ਸਾਰੀ ਕਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੂਹ ਧਰਤੀ ਤੇ ਹੀ ਕਰਾਂ। ਗੁਰੂ ਕੇ ਮਹਿਲ ਅੰਮ੍ਰਿਤਸਰ, ਬਾਬਾ ਬਕਾਲਾ ਸਾਹਿਬ ਹਜ਼ੂਰ ਦਾ ਭੋਰਾ ਸਾਹਿਬ, ਇੱਕ ਭੋਰਾ ਸਾਹਿਬ ਗੁਰਦੁਆਰਾ ਆਨੰਦਪੁਰ ਸਾਹਿਬ, ਤੇ ਚੌਥੀ ਇੱਛਾ ਸੀ ਕਿ ਜਿੱਥੇ ਪਟਿਆਲੇ ਮਹਾਰਾਜ ਜਾ ਕੇ ਰਹੇ, ਇੱਕ ਮੋਤੀ ਬਾਗ ਤੇ ਦੂਸਰਾ ਗੁਰਦੁਆਰਾ ਬਹਾਦਰਗੜ੍ਹ ਵਿਖੇ। ਪਰ ਬਿਮਾਰੀ ਹੋਣ ਕਰਕੇ ਉਹ ਇੱਛਾ ਪੂਰੀ ਨਾ ਹੋ ਸਕੀ। ਫਿਰ ਮਨ ਚ ਆਇਆ, ਜਦੋਂ ਇੱਥੇ ਆਏ ਪ੍ਰਬੰਧਕ ਵੀਰਾਂ ਨੇ ਵੀ ਸਲਾਹ ਦਿੱਤੀ, ਆਪ ਸੰਗਤ ਦੀ ਅਸੀਸ ਨਾਲ ਇੱਥੋਂ ਸ਼ੁਰੂਆਤ ਹੋਈ। ਆਪ ਜੀ ਨੇ ਹੁਕਮ ਕੀਤਾ ਵੀ ਸਮਾਪਤੀ ਇਸ ਅਸਥਾਨ ਤੇ ਕਰੀਏ। ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਮਿਹਰ ਕੀਤੀ ਹੈ, ਕਿਉਂਕਿ ਕਥਾ ਇੱਕ ਐਸਾ ਵਿਸ਼ਾ ਹੈ। ਕੀਰਤਨ ਅੱਜ ਰਾਗ 'ਚ ਜਿਹੜਾ ਪੜ੍ਹ ਰਹੇ ਹਾਂ, ਉਹਨਾਂ ਸੁਰਾਂ ਵਿੱਚ ਹੀ ਕੱਲ ਪੜ੍ਹਿਆ ਜਾ ਸਕਦਾ।
ਰਾਗ ਉਹੀ ਰਹਿਣਾ। ਪਰਸੋਂ ਵੀ ਉਸ ਸੁਰਾਂ 'ਚ ਹੀ ਪੜ੍ਹਿਆ ਜਾਏਗਾ। ਪਰ ਕਥਾ ਇੱਕ ਐਸਾ ਵਿਸ਼ਾ ਹੈ ਜਿਹੜੇ ਵਿਚਾਰ ਅੱਜ ਦਿੱਤੇ ਗਏ ਇਹੀ ਕਥਾ ਦੁਬਾਰਾ ਹੋਵੇ ਤੇ ਕੱਲ ਨੂੰ ਇਹ ਵਿਚਾਰ ਨਹੀਂ ਮੇਲ ਖਾਣਗੇ, ਕਿਉਂਕਿ ਵਿਚਾਰ ਪਰਮਾਤਮਾ ਦੀ ਆਪਣੀ ਇਹ ਦਇਆ ਹੈ। ਆਪਾਂ 59ਵਾਂ ਸ਼ਬਦ ਅੱਜ ਪੜ੍ਹਿਆ ਹੈ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਾਗ ਦੇ ਕਰਮ ਅਨੁਸਾਰ, ਰਾਗ ਦੀ ਤਰਤੀਬ ਅਨੁਸਾਰ ਜੈਜਾਵੰਤੀ ਦਾ ਚੌਥਾ ਸ਼ਬਦ ਹੈ। ਗਿਣਤੀ ਅਨੁਸਾਰ ਸਤਿਗੁਰਾਂ ਦਾ ਇਹ 59ਵਾਂ ਸ਼ਬਦ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਆਪਾਂ ਅੱਖਰੀ ਅਰਥ ਜਿੰਨਾ ਕੁ ਸਮਾਂ ਹੋਵੇਗਾ, ਕਿਉਂਕਿ ਅੱਜ ਐਤਵਾਰ ਹੈ, ਹਰ ਜਥੇ ਨੇ ਹਾਜ਼ਰੀ ਭਰਨੀ ਹੈ, ਸਮੇਂ ਅਨੁਸਾਰ ਅਸੀਂ ਇਸ ਦੀ ਵਿਆਖਿਆ ਕਰਨ ਦਾ ਯਤਨ ਕਰਾਂਗੇ। ਦੂਸਰਾ, ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ। ਉਹ ਦਿਨ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਹਜ਼ੂਰ ਨੇ ਕੰਠੋਂ ਬਾਣੀ ਉਚਾਰ ਕੇ ਸਾਰੀ ਬਾਣੀ ਲਿਖਾਈ ਸੀ। ਮੈਂ ਫਿਰ ਅਰਜ਼ ਕਰਾਂਗਾ, ਮੈਂ ਸ਼ਬਦ ਕੰਠੋਂ ਵਰਤਿਆ ਹੈ ਕਿਉਂਕਿ ਸਤਿਗੁਰੂ ਸਮਰੱਥ ਨੇ। ਮੈਂ ਆਪ ਨੂੰ ਕਿਹਾ ਸੀ, ਐਸੇ ਐਸੇ ਸਿੱਖ ਜਗਤ ਵਿੱਚ ਪਵਿੱਤਰ ਰੂਹਾਂ ਪੈਦਾ ਹੋਈਆਂ ਨੇ ਜਿਨ੍ਹਾਂ ਨੂੰ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸਨ। ਭਾਈ ਸਾਹਿਬ ਭਾਈ ਕਾਹਨ ਸਿੰਘ ਨੇ ਨਾਭਾ ਜੀ ਦੇ ਪਿਤਾ ਦਾ ਅਸੀਂ ਜ਼ਿਕਰ ਕਰਨੇ ਆ ਬੜੀ ਵਾਰੀ, ਉਹਨਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਕੰਠ ਸਨ। ਅੱਜ ਦੇਖੋ ਕੈਸਾ ਸਬਬ ਬਣਿਆ। ਮੈਂ ਸ਼ੁਰੂਆਤ ਤੋਂ ਅੱਜ ਰਾਤੀ ਜਦੋਂ ਅਸੀਂ ਕਥਾ ਕਰ ਰਹੇ ਸਾਂ, ਜਿਹੜੀ ਸੰਗਤ ਸਵੇਰੇ ਰਾਤੀ ਅਸੀਂ ਇਹ ਕਥਾ ਸਮਾਪਤ ਕੀਤੀ ਵੀ ਸੋਰਠ ਰਾਗ ਦਾ ਜੋ ਸ਼ਬਦ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਾ ਹੈ, ਇਹ ਉਹਨਾਂ ਦੀ ਜ਼ਿੰਦਗੀ ਦਾ ਤੱਤ ਹੈ। ਤੇ ਕੇਵਲ ਉਹਨਾਂ ਬੋਲਿਆ ਨਹੀਂ, ਉਹਨਾਂ ਨੇ ਆਪਣੀ ਜ਼ਿੰਦਗੀ 'ਚ ਇਸ ਨੂੰ ਕਮਾਇਆ ਤੇ ਹੰਡਾਇਆ ਹੈ। ਅੱਜ ਜਦੋਂ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜੀ, ਤੇ ਸਤਿਗੁਰਾਂ ਨੇ ਮਿਹਰ ਕੀਤੀ, ਗੁਰਮਖੋ ਅੱਜ ਹੁਕਮਨਾਮਾ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਦਾ ਉਹੀ ਸ਼ਬਦ ਆ। ਉਸ ਤੋਂ ਇਲਾਵਾ ਅੱਜ ਇਤਿਹਾਸਕ ਦਿਨ ਹੋਇਆ ਸੰਪੂਰਨਤਾ ਦਾ, ਤੇ ਆ ਜਿਹੜਾ ਜੈਜਾਵੰਤੀ ਰਾਗ ਅਸੀਂ ਸੰਪੂਰਨ ਕਰਨ ਲੱਗੇ ਆ। ਯਾਦ ਰੱਖਿਓ, ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਸੀ, ਕਿਉਂਕਿ ਪਹਿਲਾਂ ਉਸ ਤੋਂ ਜੈਜਾਵੰਤੀ ਰਾਗ ਤਾਂ ਹੈ ਨਹੀਂ ਸੀ। ਕਰਤਾਰਪੁਰੀ ਬੀੜ ਦੇ ਅਸੀਂ ਦਰਸ਼ਨ ਕਰਨੇ ਆ, 30 ਰਾਗ ਸਨ, ਪਰ ਇਹ ਰਾਗ ਜਿਹੜਾ ਅੱਜ ਅਸੀਂ ਸੰਪੂਰਨ ਕਰਨ ਲੱਗੇ ਆ ਸ਼ਬਦ ਵਿਚਾਰ 'ਚ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਜ ਕਰਾਇਆ ਸੀ। ਆਓ ਆਪ ਜਿਨ੍ਹਾਂ ਨੇ ਦੱਸ ਦਿੱਤਾ, ਜਿਹੜੀ ਬਾਹਰ ਪ੍ਰਦਰਸ਼ਨੀ ਲੱਗੀ ਹੈ, ਚਿੱਤਰ ਬਹੁਤ ਸੋਹਣੇ ਨੌਜਵਾਨ ਨੇ ਬਣਾਏ ਆ। ਕਈ ਵਾਰੀ ਵੇਖਣ ਨੂੰ ਰਾਤ ਮੈਂ ਦੇਖਿਆ ਇੰਜ ਭੁਲੇਖਾ ਪੈਂਦਾ ਜਿਵੇਂ ਫੋਟੋਆਂ ਖਿੱਚੀਆਂ ਹੋਈਆਂ। ਚਿੱਤਰਕਾਰੀ, ਕਵਿਤਾ ਇਹ ਕੋਮਲ ਹੁਨਰ ਹੈ, ਇਹ ਕੋਮਲ ਹਿਰਦਿਆਂ ਚੋਂ ਨਿਕਲਦਾ ਹੈ। ਪੱਥਰ ਹਿਰਦੇ ਕਈ ਵਾਰੀ ਉਹਦੀ ਕੀਮਤ ਨਹੀਂ ਜਾਣ ਸਕਦੇ, ਕਿਉਂਕਿ ਚਿੱਤਰਕਾਰੀ ਤੇ ਕਵਿਤਾ ਦੋਨੋਂ, ਤੇ ਤੀਸਰੀ ਗੱਲ ਸੰਗੀਤ, ਇਹ ਕੋਮਲ ਹਿਰਦੇ ਵਿੱਚੋਂ ਨਿਕਲਦੀਆਂ ਤਰੰਗਾਂ ਨੇ। ਵਾਹਿਗੁਰੂ ਉਹਨਾਂ ਨੂੰ ਤੌਫੀਕ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਆਪਣੀ ਬਾਣੀ ਦੇ ਇਸ ਆਖਰੀ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ। ਬਚਨ ਹੈ ਜੈਜਾਵੰਤੀ ਮਹੱਲਾ 9ਵਾਂ। ਅਰਥ ਆਪ ਜਾਣਦੇ ਹੋ, ਜੈਜਾਵੰਤੀ ਆਪਾਂ ਕੀਤੇ ਆ ਰਾਗ ਹੈ। 9ਵੇਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਇਹ ਬਚਨ ਉਚਾਰਨ ਕੀਤੇ। ਬਚਨ ਹੈ ਬੀਤ ਜੈ ਹੈ, ਬੀਤ ਜੈ ਹੈ। ਇਹਦਾ ਮਤਲਬ ਬੀਤ ਦਾ ਅਰਥ ਆਪਾਂ ਜਾਣਦੇ ਹਾਂ ਗੁਜ਼ਰ ਗਿਆ, ਲੰਘਦਾ ਪਿਆ, ਬੀਤ ਦਾ ਪਿਆ ਹੈ। ਬੀਤ ਜੈ ਹੈ, ਬੀਤ ਜੈ ਹੈ। ਅਖਰੀ ਅਰਥ ਮੈਂ ਕੀਤੇ ਨੇ ਲੰਘ ਰਿਹਾ ਹੈ, ਗੁਜ਼ਰਦਾ ਪਿਆ ਹੈ,
ਸਾਡੇ ਤੋਂ ਦੂਰ ਜਾ ਰਿਹਾ ਹੈ। ਤੇ ਕੀ ਜੀ? ਜਨਮ ਆਕਾਜ ਰੇ। ਇਹਦੇ ਅਰਥ ਹੋ ਗਏ ਆ ਜਿਹੜਾ ਜਨਮ ਮਿਲਿਆ ਹੈ। ਕਾਜ ਦਾ ਲਫ਼ਜ਼ੀ ਅਰਥ ਆਪ ਜਾਣਦੇ ਹੋ, ਕੰਮ। ਐੜਾ ਅਗੇਤਰ ਲਾ ਦਿੱਤਾ, ਆਕਾਜ ਰੇ। ਰੇ ਦਾ ਅਰਥ ਕਰਾਂਗੇ ਹੇ ਭਾਈ। ਭਾਈ ਸ਼ਬਦ ਮੈਂ ਆਪਣੇ ਕੋਲੋਂ ਲਾਉਣ ਲੱਗਾ ਕਥਾ ਕਰਨ ਲਈ। ਅੱਖਰੀ ਅਰਥ ਅਸੀਂ ਕਰ ਦਿੱਤੇ ਨੇ ਕਿ ਹੇ ਭਾਈ, ਆ ਜਿਹੜਾ ਜਨਮ ਪਰਮਾਤਮਾ ਨੇ ਤੈਨੂੰ ਦਿੱਤਾ ਹੈ ਨਾ, ਤੂੰ ਕਦੀ ਝਾਤੀ ਮਾਰ ਕੇ ਦੇਖ, ਇਹ ਤੇਰਾ ਜਨਮ ਬਿਨਾਂ ਕਿਸੇ ਮਨੋਰਥ ਤੋਂ ਹੀ ਬਤੀਤ ਹੁੰਦਾ ਪਿਆ। ਫਿਰ ਬੇਨਤੀ, ਬੀਤ ਜੈ ਹੈ, ਬੀਤ ਜੈ ਹੈ ਜਨਮ ਆਕਾਜ ਰੇ। ਇਹ ਬਿਨਾਂ ਕਾਜ ਤੋਂ, ਬਿਨਾਂ ਕੰਮ ਤੋਂ, ਬਿਨਾਂ ਕਿਸੇ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਤੇਰਾ ਸਮਾਂ, ਤੇਰਾ ਜਨਮ ਲੰਘਦਾ ਪਿਆ। ਬੰਦਿਆ, ਗੁਰੂ ਤੇਗ ਬਹਾਦਰ ਕਹਿੰਦੇ ਨੇ ਇਸ ਲੰਘਦੇ ਹੋਏ ਨੂੰ ਫਿਰ ਤੂੰ ਪਕੜ ਸਕਣਾ। ਆਪਾਂ ਇੱਕ ਇੱਕ ਤੁਕ ਲਾਂਗੇ, ਨਾਲ ਨਾਲ ਅਰਥ ਕਰੀ ਚੱਲਾਂਗੇ ਤੇ ਸਮੇਂ ਅਨੁਸਾਰ ਉਹਦੀ ਵਿਆਖਿਆ। ਹੁਣ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਬਾਣੀ ਮਨੁੱਖੀ ਜ਼ਿੰਦਗੀ ਦੀ ਮੰਜ਼ਿਲ ਮਿਲਦੀ ਹੈ। ਇਹ ਗੱਲ ਵੱਖਰੀ ਕਿ ਹਰ ਬੰਦਾ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ, ਸਾਰੇ ਨਹੀਂ ਪਹੁੰਚਦੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਟਾਰਗੇਟ ਕਹਿ ਲਓ, ਮਨੋਰਥ ਕਹਿ ਲਓ ਕਿ ਜਿੱਥੇ ਇਨਸਾਨ ਨੇ ਜਨਮ ਲੈ ਕੇ ਮੌਤ ਤੋਂ ਪਹਿਲਾਂ ਪਹੁੰਚਣਾ ਹੈ, ਉਹ ਸਤਿਗੁਰੂ ਨੇ ਸਾਡੇ ਸਾਹਮਣੇ ਰੱਖਿਆ। ਜਿਵੇਂ ਇੱਕ ਤਾਂ ਅਸੀਂ ਸ਼ਬਦ ਪੜ੍ਹਨੇ ਆ, ਮੈਂ ਇਹ ਰਹਿ ਰਾਸ ਵੀ ਜਿਹੜਾ ਉਹ ਸਾਡੀ ਮੰਜ਼ਿਲ ਮਿੱਥੀਏ, ਤੇ ਨਾਲ ਦੱਸ ਦਿੱਤਾ ਉਸ ਮੰਜ਼ਿਲ ਤੱਕ ਪਹੁੰਚਣ ਲਈ ਆਹ ਕੰਮ ਤੂੰ ਕਰ ਲੈ, ਪਹੁੰਚ ਸਕਣਾ। ਉਹ ਸ਼ਬਦ ਕਹਿ ਜਿਹੜਾ ਸਭ ਨੂੰ ਯਾਦ ਹੈ, ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਕਿ ਆ ਜਨਮ ਪ੍ਰਾਪਤ ਹੋਇਆ। ਅਗਲੀ ਸਾਡੀ ਮੰਜ਼ਿਲ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਆਹ ਹੈ ਟਾਰਗੇਟ, ਤੂੰ ਗੋਬਿੰਦ ਨੂੰ ਮਿਲਣ ਵਾਸਤੇ ਆਇਆ, ਤੂੰ ਸੱਚਮੁੱਚ ਪ੍ਰਮਾਤਮਾ ਤੱਕ ਅਭੇਦ ਹੋਣ ਲਈ ਆਇਆ, ਤੂੰ ਇਸ ਜਨਮ ਵਿੱਚ ਉਹਦੇ ਤੱਕ ਪਹੁੰਚਣਾ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਜੇ ਕੋਈ ਕਹਿੰਦਾ ਵੀ ਮੈਂ ਇੰਨਾ ਕੁਝ ਜ਼ਿੰਦਗੀ 'ਚ ਕਮਾ ਗਿਆ, ਥੋੜਾ ਜਿਹਾ ਇਹਨਾਂ ਬੇਨਤੀਆਂ ਨੂੰ ਸੁਣਿਓ। ਸਾਡੀ ਦੁਨੀਆ ਦੀ ਨਜ਼ਰ ਵਿੱਚ ਮੰਜ਼ਿਲ, ਮਨੋਰਥ, ਕਾਜ, ਟਾਰਗੇਟ ਕੁਝ ਹੋਰ ਹੈ, ਪਰ ਗੁਰਬਾਣੀ ਜੋ ਕੁਝ ਸਾਨੂੰ ਦੱਸ ਰਹੀ ਹੈ, ਉੱਥੇ ਕਾਜ ਤੇ ਮਨੋਰਥ ਕੁਝ ਹੋਰ ਹੈ। ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾਕਾਮ। ਇਹ ਆਕਾਜ ਨੇ, ਅਵਰ ਕਾਜ ਤੇਰਾ ਕਿਤੇ ਨਾਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਭਜ ਕੇਵਲ ਨਾਮ। ਅੱਗਾ ਮਹਾਰਾਜ ਕਹਿੰਦੇ ਸਰੰਜਾਮ ਲਾਗ। ਇਹ ਸਰੰਜਾਮ ਸ਼ਬਦ ਜਿਹੜਾ ਇਹ ਪਰਸ਼ੀਅਨ ਦਾ ਹੈ, ਇਹ ਫਾਰਸੀ ਦਾ ਹੈ। ਇਹਦਾ ਮਤਲਬ ਹੈ ਤੂੰ ਉਦਮ ਕਰ, ਤੂੰ ਕਰ ਹਿੰਮਤ ਕੁਝ। ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬਿਰਥਾ ਜਾਤ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੀਤ ਜੈ ਹੈ, ਬੀਤ ਜੈ ਹੈ। ਧੰਨ ਗੁਰੂ ਅਰਜਨ ਸਾਹਿਬ ਬਚਨ ਕਰ ਰਿਹਾ, ਜਨਮ ਬਿਰਥਾ ਜਾਤ, ਰੰਗ ਮਾਇਆ ਕੈ। ਇਸ ਮਾਇਆ ਦੇ ਰੰਗ ਵਿੱਚ, ਮਾਇਆ ਦੇ ਪ੍ਰੇਮ ਵਿੱਚ ਇਹ ਆਕਾਜ ਵਿਅਰਥ ਜਾ ਰਿਹਾ ਹੈ। ਮੈਂ ਨੈਗੇਟਿਵ ਅਪਰੋਚ ਲਈ ਨਹੀਂ, ਨਾ ਕਿਸੇ ਦੀ ਸੁਰਤ ਨੂੰ ਢੈਂਦੀ ਕਲਾ ਚਲੇ ਜਾਣ ਲਈ। ਤੇ ਆਪਣੀ ਇਸ ਕਥਾ ਦਾ ਮਨੋਰਥ ਇਹ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਨਿੱਠ ਕੇ ਵਾਚਿਆ ਹੈ। ਤੇ ਸੱਚ ਇਹ ਵੇ, ਕਈ ਸਾਲ ਹੋ ਗਏ ਕਥਾ ਕਰਦੇ, ਪਰ ਜਿਉਂ-ਜਿਉਂ ਕਥਾ ਇਹਨਾਂ ਸ਼ਬਦਾਂ ਦੀ ਕੀਤੀ, ਇੱਕ ਗੱਲ ਅੰਦਰ ਨੂੰ ਇੰਨਾ ਧਰਵਾਸ ਦਿੱਤਾ ਕਿ ਗੁਰੂ ਤੇਗ ਬਹਾਦਰ ਆਪਣੀ ਬਾਣੀ 'ਚ ਸਾਨੂੰ ਢੈਂਦੀ ਕਲਾ 'ਚ ਜਾਣ ਹੀ ਨਹੀਂ ਦਿੰਦੇ। ਭਾਵੇਂ ਮੌਤ ਦੀ ਗੱਲ ਕਰੋ, ਭਾਵੇਂ ਵਾਸ਼ਨਾ ਦੀ ਗੱਲ ਕਰੋ, ਭਾਵੇਂ ਸੱਚਮੁੱਚ ਸੰਸਾਰ ਦੇ ਝੂਠੇ ਰਿਸ਼ਤਿਆਂ ਦੀ ਗੱਲ ਕਰੋ, ਸਾਨੂੰ ਸਮਝਾਣਗੇ ਜ਼ਰੂਰ ਵੀ ਆਹ ਕੋਈ ਤੇਰੇ ਨਾਲ ਵਾਪਰ ਰਿਹਾ ਹੈ, ਆਹ ਕੁਝ ਵਾਪਰਨਾ ਹੈ। ਪਰ ਅੱਜ ਤੱਕ ਗੁਰੂ ਸਾਹਿਬ ਕਿ ਤੂੰ ਹੁਣ ਮੈਨੂੰ ਸੁਣ ਰਿਹਾ। ਮਹਾਰਾਜ ਕਹਿੰਦੇ ਤੂੰ ਹੁਣ ਸ਼ਬਦ ਪੜ੍ਹਿਆ ਤੇ ਮੈਂ ਤੈਨੂੰ ਕਹਿੰਦਾ ਤੂੰ ਅੱਜ ਤੋਂ ਬਾਅਦ ਸੁਧਰਦਾ। ਜੋ ਪਿੱਛੇ ਬੀਤ ਗਿਆ ਉਹਦੇ ਤੇ ਮਿੱਟੀ ਪਾ, ਕਿਉਂਕਿ ਪਿਛਲੇ ਨੂੰ ਸੋਚ ਕੇ ਆਉਣ ਵਾਲਾ ਅੱਗੇ ਦਾ ਸਮਾਂ ਬਰਬਾਦ ਨਾ ਕਰ। ਦੇਖੋ ਕਿੱਡੀ ਵੱਡੀ ਮਿਹਰ ਕੀਤੀ ਮਹਾਰਾਜ ਜੀ ਨੇ। ਇੱਥੇ ਸ਼ਬਦ ਵਰਤਿਆ ਬੀਤ ਜੈ ਹੈ। ਇਹਦਾ ਮਤਲਬ ਉਮਰ ਤਾਂ ਲੰਘੇਗੀ ਪਰ ਕਿਸੇ ਕਾਜ ਨਹੀਂ। ਸਾਡੇ ਮਨ ਚ ਆਵੇਗਾ ਵੀ ਸਾਡਾ ਏਡਾ ਬਿਜ਼ਨਸ, ਇੰਨਾ ਸਾਡਾ ਨਾਮ, ਇੰਨੀਆਂ ਪਦਵੀਆਂ, ਇੰਨਾ ਪੈਸਾ, ਇੰਨੇ ਘਰ, ਇੰਨੀ ਜ਼ਮੀਨ। ਪਰ ਮੈਂ ਤੁਹਾਨੂੰ ਇੱਕੋ ਬੇਨਤੀ ਕਰਾਂ, ਜਿਹੜਾ ਨਿਤਨੇਮ ਆਪ ਅੰਮ੍ਰਿਤ ਵੇਲੇ ਕਰਦੇ ਹੋ ਨਾ, ਉਸ ਵਿੱਚ ਆਨੰਦ ਸਾਹਿਬ ਦੀ ਇੱਕ ਪੌੜੀ ਹੈ। ਇਹ ਵੈਸੇ ਤੇ 2 ਪੌੜੀਆਂ ਸੰਬੋਧਨ ਕੀਤਾ, ਬਸ ਉਸ ਪੌੜੀ ਨੂੰ ਨਿੱਠ ਕੇ ਪੜ੍ਹ ਲਈਏ। ਮਹਾਰਾਜ ਕਹਿਣਗੇ ਤੇਰੀ ਮੰਜ਼ਿਲ ਕੀ, ਆਕਾਜ ਕਿਉਂ ਗਿਆ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਬੀਤ ਜੈ ਹੈ, ਬੀਤ ਜੈ ਹੈ ਜਨਮ ਆਕਾਜ ਰੇ।
ए शरीरा मेरिया इस जग में आए क्या तुद कर्म कमाया, कि कर्म कमाया तुद शरीरा जा तू जग में आया। इतों तक क्वेश्चन है भी तू की कीता, पर करना की सी। अगे गुरु अमरदास मेहर कर रहे, इस जग में आए क्या तुद कर्म कमाया, कि कर्म कमाया तुद शरीरा जा तू जग में आया। जिन हर तेरा रचन रचिया, आ काम करना सी जिन्हें सारा ढांचा जोड़िया च आ इन्ना कीमती शरीर दिता है प्यारिओ, यदी रब की दात है ना। जिन हर तेरा रचन रचिया सो हर मन ना वसाया, आ तेरी मंजिल सी। गुर प्रसादी, फिर अगे नाल सानू निराश नहीं किया। गुर प्रसादी गुरु की कृपा नाल हर मन वसिया, पूर्व लिखिया पाया। फिर वो शरीर आकाज नहीं, कहे नानक ए शरीर परवान होवा, जिन सतगुर स्यों चित लाए। ये तेरी मंजिल है, ये तेरा मनोरथ है। पर थोड़ा जा होर आपां देखने, उम्र लंघ गई पर मंजिल कोई नहीं मिली। मैनू याद है साडे डॉक्टर नेकी साहब, उन्हों की किताब है सदा विकास। वैसे तो मैं कहांगा ते उन्हों की बेटी भी इत्थे रहिंदी है, ये उन्हों की लिखत का कोई लफ्ज़ भी इग्नोर करने वाला नहीं। याद रखियो, ये पक्की गल घुट के बन्नियो। मैं पिछले दिन पटियाला यूनीवर्सिटी ने किताब छापी, उन्होंने अनभव प्रकाश। सच एवे मैं किन्ने दिन ला रहा, अजे मैं 4 महीनों च उस किताब के अध तक पहुँचा। क्योंकि तुसी एक बारी सुरत नूं किते खब्बे सज्जे करो तो समझ कोई नहीं पैंदी। उन्होंने एक बड़ी सोहनी कहानी दी है ये समझाने लई कि बंदा कभी भी समझ जाए। हनेरे विच डुबे कोई बंदे नूं भी एहसास हो जाए मैं हनेरे विच हाँ, ते दोवें महसूस कर लें, फिर भी चानण वाले पासे तुर सकते। उन्होंने एक उदाहरण दी भी एक बाग है, वाहिगुरू जंगल है बड़ा सोहना मन नूं मोहण वाला। एक आदमी उस जंगल के रुखों तो बनस्पति तो फुलों तो फलों तो प्रभावित होया। वो जंगल के विच चली गया, उन्होंने पता ही नहीं लगा। ऐ सारा दिन जंगल च निकल गया। उदा शाम पै गई, दिसना थोड़ा जा बंद हो गया, नज़र कुछ ना आवे, हनेरा गहरा हो गया। मन पिछा नूं मुड़न नूं कीता भी चलो मैं किते भुल ही ना जा। सच्ची मुच्ची जो पिछे तुर लगा तो हनेरा इन्ना गाढ़ा सी, उन्होंने रस्ता विसर गया। वो खब्बे वो सज्जे वेखे, इन्नी देर नूं हनेरे विच एक इंसान आउंदा दिसिया। उहदा कह लो वजूद कह लो, दूरों इंज लगा इंसान आ रहा। सचमुच नेड़े आया तो उन्होंने पुछदा है कि मैं रस्ता भुल गया वां, हनेरा सी, जंगल बड़ा मनमोहना सी, मैं रस्ता भुल गया, तू मैनू रस्ता दस सकने? उन्हें अगों कहा मैं तेरे तो पुछन आया, मैं भी भुलिया होया, मैं भी तेरी तरह हाँ, मैं भी लभण आया सा ते मैं भी मैनू प्रभावित कर लिया, मैं इन्ना गहरा अंदर चला गया, भुल मैं भी गया वां। पहले ने कहा पर जे हुण भुल गया तो चिंता ना कर, भुले आपां दोवें हाँ। जेड़े राह दा तेरा तजर्बा होया भुल गया, तू उतों सुचेत रहो, ते जेड़ा मेरा तजर्बा है मैं साझा करा, आपां दोवें चलीए मंजिल ते जरूर पहुंचा। मैनू गल बड़ी प्यारी लगी। सच्ची मुच्ची संसार जंगल है। गुरमुखो मैं कल भी क्या चेहरे बदलते हैं, खिच उत्थी खलोती रही। ये मन नूं मोहंदा है जंगल, पर सुरत ने इनू बाग समझ लिया है। इनू सतगुरां ने बाणी च कहा पौड़ी महा भयान उद्यान नगर कर मानिया, झूठ समगरी पेक सच कर जानिया। वो कहता भुले दोवें हाँ, पर एक गल साडी दोनों की पॉजिटिव ये वे कि भुले खां पर एहसास हो गया भी खनेरे चो राह लभना है। डॉक्टर साहब कहते हैं इत्थे सारी दुनिया भुली फिरदी है, भाल बकुनी होई अंधेरे राह ना कोई। गल वो समझा रहे सन, कहते खनेरे च रस्ता नहीं दसदा, पर जिदन एहसास हो जाए मैं सच्ची मुच्ची खनेरे च डुब गया वा ना, याद रखियो उदन रस्ता मिलना जरूर होवेगा। इत्थे बंदा खनेरे नूं ही जिंदगी बनाई बैठा, इनू समझ ही नहीं कि मैं भुलिया होया। महाराज ने शब्द वरत्या आकाज कह सुनियो, बीत जय है बीत जय है जन्म आकाज ने, तेरा जन्म व्यर्थ चला गया। कि बंदा सोचेगा मैं खाना वा पीना वा, ये आकाज किमें चला गया। हाँ जदों सतगुरु को जाइए फिर सुमत देंगे महाराज। कहने आकाज इस करके है
ਦੁੱਧ ਬਿਨ ਧੇਨ, ਪੰਖ ਬਿਨ ਪੰਖੀ ਆਕਾਜ ਰੇ। ਬੀਤ ਜਾਏ ਬੀਤ ਜਾਏ ਜਨਮ ਆਕਾਜ ਰੇ। ਜਿਵੇਂ ਦੁੱਧ ਤੋਂ ਬਿਨਾ ਗਾਂ, ਪਰ ਇੱਥੇ ਗਾਂ ਦਾ ਇੱਕ ਪੱਖ ਹੀ ਲੈਣਾ ਹੈ। ਮੈਨੂੰ ਕਈ ਵਾਰੀ ਜਦੋਂ ਮੈਂ ਪ੍ਰਮਾਣ ਦੇਣਾ ਤੇ ਮੈਨੂੰ ਥੋੜੀ ਜਿਹੀ ਚਿੰਤਾ ਲੱਗਦੀ ਹੈ ਇੱਕ ਸਵਾਲ ਦੀ, ਵੀ ਇਹ ਤੋਂ ਕਹਿ ਦੇਣਗੇ ਤੁਸੀਂ ਤੇ ਕਹਿੰਦੇ ਦੁੱਧ ਵਾਲੀ ਗਾਂ ਕੰਮ ਕੋਈ ਨਹੀਂ, ਉਹਦੇ ਤੇ ਖਾਣ ਦੇ ਕੰਮ ਆਉਂਦੀ। ਪਰ ਇੱਥੇ ਉਦਾਹਰਣ ਇੱਕੋ ਪੱਖ ਲੈਣਾ ਹੈ। ਕਿਵੇਂ ਦੁੱਧ ਜਿਹੜਾ ਹੈ, ਗਾਂ ਦੁੱਧ ਦੇਵੇ, ਉਹ ਸੱਚੀ ਮੁੱਚੀ ਉਹਦਾ ਇਹ ਵੇ ਕਿ ਉਹ ਦੁੱਧ ਹੀ ਦੇਵੇ ਤੇ ਤਾਂ ਹੀ ਗ੍ਰਸਤੀ ਦਾ ਘਰ ਅੱਗੇ ਚੱਲਦਾ। ਤੇ ਇਸੇ ਕਰਕੇ ਭਗਤਾਂ ਮਹਾਂਪੁਰਖਾਂ ਨੇ ਜਦੋਂ ਇਹ ਮੰਗਿਆ, ਉਹਨਾਂ ਨੇ ਮਾਸ ਵਾਲੀ ਗਾਂ ਥੋੜੀ ਕੀਤੀ ਗੱਲ। ਉਹਨਾਂ ਕਿਹਾ ਗਊ ਭੈਂਸ ਮੰਗੂ ਲਵੇਰੀ, ਜਿਹੜੀ ਦੁੱਧ ਦਿੰਦੀ ਹੋਵੇ। ਖੈਰ ਮੈਂ ਆਪ ਨੂੰ ਬੇਨਤੀ ਕਰਾਂ, ਜਿਹੜੀ ਗਾਂ ਉੱਥੇ ਦੁੱਧ ਨਹੀਂ ਦਿੰਦੀ ਉਹਦੀ ਹਾਲਤ ਕੀ ਹੈ। ਤੇ ਮੈਂ ਇੱਕ ਬੇਨਤੀ ਮੈਂ ਫਿਰਕਾ ਪ੍ਰਸਤੀ 'ਚ ਨਹੀਂ ਕਹਾਂਗਾ, ਇਹ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਬੇਨਤੀ ਕੀਤੀ। ਜਦੋਂ ਅਸੀਂ ਨਨਕਾਣਾ ਸਾਹਿਬ ਜਾਣਾ ਸੀ, ਨਹੀਂ ਜਾਣ ਦਿੱਤਾ। ਪੁੱਛਦੇ ਸਨ ਰਾਜ ਦਾ ਕੀ ਹੁੰਦਾ ਫਾਇਦਾ। ਉਂਝ ਤਾਂ ਬਾਣੀ ਕਹਿੰਦੀ ਹੈ ਜਿਸ ਕਾ ਰਾਜ ਤਿਸੀ ਕਾ ਸੁਖਨਾ, ਜਿਸੀ ਕੀ ਸਰਕਾਰ ਤਿਸੀ ਕਾ ਸਭ ਕੋਏ। ਮਹਾਰਾਜ ਕਹਿੰਦੀ ਸਰਕਾਰਾਂ ਵੱਡੀ ਵੱਡੀ ਤਾਕਤ ਹੁੰਦੀਆਂ। ਮੈਂ ਇੱਕੋ ਗੱਲ ਕਹਿਣਾ, ਜਿਹੜੇ ਪੰਜਾਬ ਦੇ ਵਸਨੀਕ ਨੇ ਨਾ, ਉਹ ਆਪਣੇ ਘਰ ਕਦੀ ਪੁੱਛੋ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਹੈ, ਉਹਦੇ ਤੇ ਇੱਕ ਇੱਕ ਚੀਜ਼ ਪੜ੍ਹਿਓ ਕੀ ਲਿਖਿਆ ਹੋਇਆ, ਰਾਜ ਕੀ ਹੁੰਦਾ ਹੈ। ਸੁਣੋ, ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਗੁਰੂ ਗ੍ਰੰਥ ਸਾਹਿਬ ਅਨੁਸਾਰ ਜਿੱਦਣ ਸੱਚਮੁੱਚ ਇਸਲਾਮੀ ਰਾਜ ਆਇਆ, ਉਦਣ ਉਹਨਾਂ ਨੇ ਕਾਨੂੰਨ ਬਣਾ ਦਿੱਤਾ ਵੀ ਜਿਹੜਾ ਬ੍ਰਾਹਮਣ ਗਾਂ ਨੂੰ ਦਰਿਆ ਤੋਂ ਪਾਰ ਕਰੇਗਾ, ਉਹਨੂੰ ਗਾਂ ਦਾ ਟੈਕਸ ਦੇਣਾ ਪਏ। ਉਹਨੂੰ ਬਾਣੀ 'ਚ ਕਿਹਾ ਗਊ ਬ੍ਰਾਹਮਣ ਕੋ ਕਰ ਲਾਵੋ, ਟੈਕਸ ਲਾਵੋ ਇਹਨੂੰ, ਉਹਨੂੰ ਟੈਕਸ ਲਾ ਦਿੱਤਾ। ਮੈਂ ਕਹਿੰਦਾ ਰਾਜ ਹੈ ਨਾ, ਉਹਨਾਂ ਦਾ ਰਾਜ ਆਇਆ, ਉਹਨਾਂ ਗਾਂ ਹੋਣ ਤੇ ਟੈਕਸ ਲਾਇਆ। ਤੇ ਇਧਰ ਰਾਜ ਹੈ ਨਾ, ਬਿਜਲੀ ਦੇ ਬਿੱਲਾਂ ਵਿੱਚ ਗਾਂ ਦੇ ਪਾਲਣ ਦਾ ਟੈਕਸ ਲਾਇਆ। ਤੁਸੀਂ ਕਦੀ ਦੇਖਿਓ ਜਿਹੜੇ ਪੰਜਾਬ 'ਚ ਬਿੱਲ ਨੇ ਨਾ ਬਿਜਲੀ ਦੇ, ਮੈਂ ਫਿਰਕਾ ਪ੍ਰਸਤੀ ਨਹੀਂ ਕਹਿ ਰਿਹਾ, ਸਿਰ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਗਾਂ ਹੈ ਉਹ ਦੁੱਧ ਤੋਂ ਬਿਨਾ, ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਵਰਤ ਰਿਹਾ, ਧੇਨ ਦੁੱਧ ਹੈ ਤੇ ਦੁੱਧ ਬਿਨ ਧੇਨ। ਸੱਚ ਇਹ ਵੇ ਕਿ ਦੁੱਧ ਤੋਂ ਬਿਨਾ ਗਾਂ, ਪਾਣੀ ਤੋਂ ਬਿਨਾ ਜਿਹੜੀ ਹੈ ਇਹ ਫਸਲ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ। ਪੰਖ ਤੋਂ ਬਿਨਾ ਪੰਛੀ, ਪਾਣੀ ਤੋਂ ਬਿਨਾ ਜਿਹੜੀ ਖੇਤੀ, ਇਹ ਆਕਾਜ ਹੈ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਸਿਮਰਨ ਤੋਂ ਬਿਨਾ ਜੋ ਮਰਜ਼ੀ ਕਮਾ ਲੈ, ਮਨੁੱਖਾ ਜਨਮ ਆਕਾਜ ਹੀ ਹੈ। ਆਪ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਜਾਂ ਇਉਂ ਕਹਿ ਲੋ, 12 ਮਾਹ ਦਾ ਪਹਿਲਾ ਬਚਨ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੇ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਤੇਨ ਦੁਦੈ ਤੇ ਬਾਰੀ ਕਿਤੈ ਨਾ ਆਵੈ ਕਾਮ, ਜਲ ਬਿਨ ਸਾਖ ਕੋ ਮਿਲਾਵਤੀ ਉਪਜੈ ਨਾਹੀ ਦਾਮ। ਮਹਾਰਾਜ ਪਹਿਲਾ ਬਚਨ ਕਹਿ ਰਿਹਾ, ਬੀਤ ਜੈ ਹੈ, ਬੀਤ ਜੈ ਹੈ ਜਨਮ ਆਕਾਜ ਰੇ। ਐ ਇਨਸਾਨ ਤੇਰੀ ਉਮਰ ਗੁਜ਼ਰਦੀ ਜਾ ਰਹੀ ਹੈ, ਤੇਰਾ ਜਨਮ ਲੰਘਦਾ ਜਾ ਰਿਹਾ ਹੈ, ਪਰ ਆਕਾਜ ਹੈ ਕਿਸੇ ਕੰਮ ਵਿੱਚ ਨਹੀਂ। ਅਸਲੀ ਉਮਰ ਉਹ ਲੇਖੇ ਵਿੱਚ ਪਿਆਰਿਓ ਜਿਹੜੀ ਸੰਗਤ ਸਿਮਰਨ ਦੇ ਵਿੱਚ, ਮੈਂ ਰੂਹਾਨੀ ਤੌਰ ਤੇ ਕਹਿ ਰਿਹਾ, ਉਂਝ ਤਾਂ ਚਲੋ ਸਾਰਿਆਂ ਨੂੰ ਉਮਰ ਭੋਗ ਕੇ ਚਲੇ ਜਾਣਾ ਆਇਆ ਹੈ, ਉਮਰ ਜੋ ਲਿਖਿਆ ਉਹ ਭੋਗਣਾ ਹੈ। ਅਸਲ 'ਚ ਉਮਰ ਉਹੀ ਲੇਖੇ ਵਿੱਚ ਜਿਹੜੀ ਇਬਾਦਤ ਵਿੱਚ ਬਤੀਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਇਹ ਘਟਨਾ ਹੈ। ਮਹਾਰਾਜ ਇੱਕ ਨਗਰ ਗਏ ਤੇ ਕਬਰਸਤਾਨ ਸੀ ਬਾਰ-ਬਾਰ। ਉੱਥੇ ਜਿਹੜੇ ਬੰਦਿਆਂ ਦੀ ਕਬਰਾਂ ਸਨ ਨਾ, ਜਾਂ ਜਿਨ੍ਹਾਂ ਦੇ ਸੰਸਕਾਰ ਕੀਤੇ ਗਏ, ਉਹਨਾਂ ਦੇ ਨਾਂ ਦੇ ਬੋਰਡ ਲੱਗੇ ਹੋਏ ਸਨ। ਲਿਖਿਆ ਹੋਇਆ ਸੀ ਇਹ ਬੰਦਾ ਇਸ ਧਰਤੀ ਤੇ ਆਇਆ, ਇਹ 2 ਸਾਲ ਜੀ ਕੇ ਗਿਆ। ਦੂਸਰੇ ਦਾ ਲੱਗਿਆ ਇਹ 4 ਸਾਲ ਜੀ ਕੇ ਗਿਆ। ਕਿਤੇ ਲਿਖਿਆ 5 ਸਾਲ ਜੀ ਕੇ ਗਿਆ। ਭਾਈ ਮਰਦਾਨਾ ਸਾਹਿਬ ਪੁੱਛਦੇ ਆ, ਮਹਾਰਾਜ ਇਹ ਇੱਥੇ 20 ਤੋਂ ਤੇ ਕੋਈ ਟੱਪੇ ਹੀ ਨਹੀਂ, ਇਹ ਸਾਰੇ ਬੱਚਿਆਂ ਦੀ ਡੈਥ ਹੋ ਜਾਂਦੀ, ਬੱਚੇ ਮਰ ਜਾਂਦੇ ਆ ਇੱਥੇ, ਮਤਲਬ ਜਵਾਨੀ 'ਚ ਬੁਢੇਪੇ ਦਾ ਉਮਰ ਤਾਂ ਨਹੀਂ ਲਿਖੀ ਨਹੀਂ। ਹਜ਼ੂਰ ਨੇ ਕਿਹਾ ਚਲੋ ਪਿੰਡ ਵਿੱਚੋਂ ਪਤਾ ਕਰਨੇ। ਜਦੋਂ ਪਿੰਡ 'ਚ ਗਏ, ਲੋਕਾਂ ਨੇ ਬਹੁਤ ਸਨਮਾਨ ਕੀਤਾ, ਜੀ ਆਇਆਂ ਕਿਹਾ। ਹਜ਼ੂਰ ਨੇ ਇਸ਼ਾਰਾ ਕੀਤਾ ਵੀ ਆ ਤੁਹਾਡੇ ਸ਼ਮਸ਼ਾਨ ਭੂਮੀ 'ਚ ਜਾਂ ਕਬਰਸਤਾਨ ਵਿੱਚ ਜਿਹੜੇ ਜਾ ਚੁੱਕੇ ਆ, ਜਿਨ੍ਹਾਂ ਦੀਆਂ ਕਬਰਾਂ ਨੇ,
ਉਹਨਾਂ ਉੱਪਰ ਉਮਰ ਲੱਗੀ ਏ 2 ਸਾਲ 4 ਸਾਲ 5 ਸਾਲ। ਤੇ ਇਹ ਸਾਡੇ ਰਬਾਬੀ ਸਾਹਿਬ ਪੁੱਛਦੇ ਆ ਕਿ ਕੀ ਇੱਥੇ ਥੋੜੀ ਉਮਰ ਵਿੱਚ ਹੀ ਸਾਰੇ ਜਾਂਦੇ ਨੇ ਜਾਂ ਥੋੜੀ ਉਮਰ ਵਾਲਿਆਂ ਦਾ ਹੀ ਤਖਤੀ ਲਾਉਂਦੇ ਹੋ? ਕਹਿਣ ਲੱਗੇ ਨਹੀਂ ਨਹੀਂ, ਇੱਥੇ 100 ਸਾਲ ਦੇ ਬਜ਼ੁਰਗ ਵੀ ਗਏ ਆ, ਇੱਥੇ 80 ਸਾਲ ਦੇ ਵੀ ਗਏ ਆ। ਤੇ ਹਜ਼ੂਰ ਕਹਿੰਦੇ ਨੇ ਆਹ ਸਾਲ ਘੱਟ ਕਿਉਂ ਲਿਖੇ ਨੇ? ਕਹਿਣ ਲੱਗੇ ਸਾਡੇ ਪਿੰਡ 'ਚ ਅਸੀਂ ਉਹਨਾਂ ਦਿਨਾਂ ਦੀ ਗਿਣਤੀ ਕਰਨੇ ਆ ਜਿਹੜੀ ਦਿਨ ਗਿਣਤੀ ਉਹ ਹੈ ਜਿੱਥੇ ਰੱਬ ਦੀ ਇਬਾਦਤ ਵਿੱਚ ਬਤੀਤ ਹੋਏ। ਜੇ ਬੰਦਗੀ ਕੀਤੀ ਉਹ ਦਿਨ ਗਿਣੇ। ਸੱਚ ਇਹ ਗੁਰਮੁਖੋ ਮੈਂ ਨਹੀਂ ਕਹਿ ਰਿਹਾ, ਬਿਨ ਸਿਮਰਨ ਜੋ ਜੀਵਨ ਬਲਣਾ, ਸਿਮਰਨ ਤੋਂ ਬਿਨਾ ਤਾਂ ਕਾਜ ਹੀ ਹੈ ਨਾ। बिन सिमरन जो जीवन बलना सर्प जैसे अरजारी, नव खंडन को राज कमावे अंत चले गो खारे। फिर बेनती है गुरु तेग बहादुर साहब कहने गुजर गई उम्र होए। मैं कहना भी अज जो आप समाप्ति करनी है ना तो चेते रखियो और विलक्षणता होर भी होनी है। ਜਿਹੜੀ ਆਪਾਂ ਸ਼ੁਰੂਆਤ ਕੀਤੀ ਮਾਰਨੇ ਸਮਾਪਤੀ ਉਸੇ ਤੁਗਦ ਕਰਨੀ। ਗੌੜੀ ਰਾਗ ਤੇ ਚੱਲਾਂਗੇ ਆਪਾਂ ਦੁਬਾਰਾ। ਫਿਰ ਮਹਾਰਾਜ ਕਹਿੰਦੇ ਬੀਤ ਜਾਏ ਹੈ ਬੀਤ ਜਾਏ ਜਨਮ ਆਕਾਜ ਰੇ, ਤੇਰੀ ਉਮਰ ਵਿਅਰਥ ਜਾਂਦੀ ਪਈ ਇਨਸਾਨ। ਅਗਲੀ ਗੱਲ ਮਹਾਰਾਜ ਮੈਂ ਤਾਂ ਇੰਨੀਆਂ ਪੋਥੀਆਂ ਪੜੀਆਂ, ਇੱਕ ਹੋਰ ਗੱਲ ਕਲੀਅਰ ਹੋ ਗਈ। ਸੁਣਿਓ ਅੱਗੇ ਚੱਲਿਓ ਕਿਉਂਕਿ ਉੱਤੇ ਸ਼ਬਦ ਲੱਗਾ ਹੋਇਆ ਤੇ ਮੈਂ ਪ੍ਰਬੰਧਕ ਵੀਰ ਬੈਠੇ, ਮੈਂ ਇਹਨਾਂ ਨੂੰ ਫਿਰ ਦੁਬਾਰਾ ਬੇਨਤੀ ਕਰਾਂਗਾ ਕੋਈ ਵੀ ਕਥਾਵਾਚਕ ਆਵੇ ਕੋਈ ਵੀ ਆਵੇ सच वे घट्टो घट जिदन संगत होवे उदन बिल्कुल शब्द संकरे उत्ते लाओ ते अर्थां तो बिना लाओ। क्योंकि जदों थल्ले अर्थ पा लैने आ ते सब कॉन्शियस माइंड जिहड़ा वो ध्यान नहीं देंदा। फिर जदों हुण शब्द लिखे है शब्द दे अर्थ करांगे ते थोड़ा जिहा दिमाग ते बोझ ज़्यादा पएगा। इहदे अर्थ ये ने ते जदों थोड़ा जिहा मन ते बोझ पावांगे वो शब्द साडा अपना हो जाएगा। ते बहुत चंगा होवे जे शब्द की कथा होवे। इन्ना समा फोना उत्ते सारी दुनिया लगी हुई है ना, तो जे शब्द की कथा होवे कोई भी करे, ये नहीं कि बौंड कर दो मैं आवा दूजा वे, नहीं। आप शब्द नाल सांझ पा के तुरना, आप बंदे नाल नहीं जुड़ना। तो ये मेरी हथ जोड़ के बेनती है। महाराज कहते हैं मनमुख स्यों कर दोस्ती सोखे पुछे मित। ਉਹਦੇ ਵਿੱਚ ਅੱਗੇ ਪਤਾ ਗੁਰੂ ਜੀ ਕਹਿੰਦੇ ਆ, ਕਹਿਣ ਲੱਗੇ ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿੱਤ। ਮਿੱਤਰਤਾ ਗੁਰਮੁਖ ਨਾਲ ਕਰੀ ਪਰ ਚਿੱਤ ਗੁਰੂ ਨੂੰ ਦੇਵੀ। ਕਿਉਂਕਿ ਜੇ ਬੰਦੇ ਨਾਲ ਚਿੱਤ ਜੋੜਾਂਗੇ ਬੰਦਾ ਕਿਤੇ ਵੀ ਤਿਲਕ ਸਕਦਾ ਹੈ। ਬੰਦਾ ਤਿਲ ਗਿਆ ਤੇ ਅੱਧਿਓਂ ਜ਼ਿਆਦੇ ਬੰਦੇ ਕਹਿੰਦੇ ਛੱਡੋ ਜੀ ਅਸੀਂ ਧਰਮਾਂ ਫਲਾਣੇ ਦਾ ਬੁਰਾ ਹਾਲ ਹੋ ਗਿਆ। ਨਹੀਂ, ਜਦੋਂ ਗੁਰੂ ਵੱਲ ਚਿੱਤ ਜੋੜੋਗੇ ਗੁਰੂ ਕਦੀ ਡੋਲਦਾ ਨਹੀਂ ਹੁੰਦਾ। इस करके संगत सब दी करो। ये दीवार सी तोड़िए भी असी यदि नहीं करनी संगत दिन नहीं। गुरमुखो मेरे हर प्रीतम की कोई बात सुना सो भाई सो मेरा। देखो शब्द कोई वरते है, कभी पाठ करते हैं देखियो जिमें कोई आन मिलावे मेरा प्रीतम प्यारा। ये थोड़ा क्या भी फलानी संप्रदा वाला फलाने कॉलेज वाला फलाना होवे कोई, पर शर्त अगली है कोई करे कि तोड़े ना। कोई जन हर्षों देवे जोर, कोई आन मिलावे मेरे हर प्रीतम की कोई बात सुनावे। प्यारियो ये शब्द कोई है। मैं आप नूं बेनती कर लगा इत्थे महाराज हुण एक होर किरपा कर लगे। ये सवेरे पढ़दे निस दिन सुन के पुराण। फिर सुनियो ये नैगेटिव रोशनी ते कमाल कर दी है। शब्द विच इन्नी गहराई है। निस दिन इस दे अर्थ ने निश का अर्थ है रात, दिन का अर्थ रोज सवेर। सुन के कन्ना नाल सुन के। अगला शब्द है पुराण, क्योंकि आपको पता है ये गुरबाणी विच दो तरीके आउंदा है। एक आउंदा है प्राण, रण में छुट्टा प्राण। एक आउंदा पढ़िए पाठ पुराण। एक औंकड़ हट गई तो अनर्थ हो जाएंगे। अर्थ करदे हां इत्थे निस दिन सुन के पुराण। पुराण जिहड़े ने वो हिंदू मत के 18 ग्रंथ ने, बड़े वड्डे वड्डे ग्रंथ। जी सच्ची गल जदों मैं पढ़ने शुरू किए भागवत पुराण ही नहीं मुकदा, पर जरूरी ने पढ़ने क्योंकि कथा विच वो चीज़ां सारियां सानूं कोट करनियां पैंदियां ने। उदन क्या गनका अजामल ध्रू बिदर सदा सारे सारे पुराण विचों आए हैं। हजूर कहते ने निस दिन सुन के पुराण। ਇਹਦਾ मतलब कि बंदा धर्म ग्रंथ सुन रहा है, कथा सुन रहा है, कथा कर रहा है। फिर बेनती सुनियो निठ के सब कुछ सुनता है
ਪਰ ਦੁੱਖ ਇਸ ਚੀਜ਼ ਦਾ ਵੀ ਜੋ ਸੁਣਦਾ ਉਹਨੂੰ ਜ਼ਿੰਦਗੀ 'ਚ ਕਮਾਉਂਦਾ ਕੋਈ। ਮਹਾਰਾਜ ਕਹਿੰਦੇ ਨੇ ਨਿਸ ਦਿਨ ਸੁਣ ਕੇ ਪੁਰਾਣ, ਦਿਨ ਰਾਤ ਤੂੰ ਪੁਰਾਣ ਸੁਣੇ, ਸਾਖੀਆਂ ਸੁਣੀਆਂ, ਕਥਾ ਸੁਣੀਆਂ, ਕਥਾ ਕੀਤੀਆਂ, ਪਰ ਮਹਾਰਾਜ ਕਹਿੰਦੇ ਸਮਝਤ ਨਹਿ ਰੇ ਅਜਾਨ। ਓਏ ਅਜਾਨ ਹੈ ਮੂਰਖਾ, ਤੂੰ ਇੰਨੇ ਗ੍ਰੰਥ ਧਾਰਮਿਕ ਸੁਣ ਲੈ ਪਰ ਮਨ ਤਾਂ ਕੋਈ ਨਹੀਂ ਸਮਝਿਆ ਨਾ। ਫਿਰ ਮੇਰੀ ਬੇਨਤੀ ਸੁਣਿਓ, ਇਹ ਸ਼ਬਦ ਮਨਮੁਖ ਲਈ ਨਹੀਂ, ਇਹ ਸਾਡੇ ਲਈ ਜਿਹੜੇ ਅਸੀਂ ਕਥਾ ਕਰ ਰਹੇ ਹਾਂ, ਸਾਨੂੰ ਮਹਾਰਾਜ ਕਹਿੰਦੇ ਪਏ। ਅੱਜ ਜਦੋਂ ਹੁਣ ਮੈਂ ਮੰਗਲ ਕੀਤਾ ਤੇ ਉਹਦੇ ਵਿੱਚ ਮੇਰੇ ਮਨ 'ਚ ਆਇਆ, ਮਹਾਰਾਜ ਦਾ ਇੱਕ ਬਚਨ ਹੁੰਦਾ ਹੈ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ। ਇਹਦਾ ਮਤਲਬ ਸੁਣਿਆ ਜ਼ਰੂਰ ਪਰ ਉਹ ਗਿਆਨ ਨਹੀਂ ਪੈਦਾ ਹੋਇਆ ਜੋ ਸੁਣਿਆ ਗਿਆ। ਇੱਥੇ ਮਹਾਰਾਜ ਕਹਿੰਦੇ ਨੇ ਨਿਸ ਦਿਨ ਸੁਣ ਕੇ ਪੁਰਾਣ ਗ੍ਰੰਥ ਸੁਣੇ, ਪਰ ਇਹਦਾ ਇਹ ਨਹੀਂ ਅਰਥ ਲੈਣਾ ਵੀ ਕੱਲ ਤੋਂ ਸਾਡਾ ਕੁਝ ਨਹੀਂ ਬਣਿਆ ਹੁਣ ਛੱਡ ਦਈਏ। ਮੈਂ ਤਾਂ ਹੀ ਹਨੇਰੇ ਵਾਲੀ ਗੱਲ ਪਹਿਲਾਂ ਕੀਤੀ ਏ ਵੀ ਹਨੇਰੇ 'ਚ ਵੀ ਰਾਹ ਲੱਭਣਾ। ਹੁਣ ਇੱਥੇ ਦਿਨ ਰਾਤ ਗ੍ਰੰਥ ਸੁਣੇ, ਪੁੱਛੋ ਕੋਈ ਨਾ ਕਿਹੜਾ ਬੰਦਾ ਜਿਹਨੂੰ ਅਰਥਾਂ ਦਾ ਨਹੀਂ ਪਤਾ ਜੀ। ਅੱਜ ਕੋਈ ਭਾਈ ਸਾਹਿਬ ਸ਼ਬਦ ਬੋਲਣ ਤੇ ਹੁਣ ਸਾਡੇ ਟੀਵੀ ਤੇ ਸਾਡੇ ਫੋਨ ਤੇ ਅਰਥ ਤਾਂ ਸਭ ਨੂੰ ਪਤਾ ਨੇ ਨਾ। ਗੁਰਮੁਖੋ ਅਰਥ ਪਤਾ ਹੋਣਾ ਹੋਰ ਚੀਜ਼ ਹੈ, ਜ਼ਿੰਦਗੀ ਅਰਥ ਲੱਗ ਜਾਣੀ ਕੁਝ ਹੋਰ ਚੀਜ਼ ਹੈ। ਮੈਨੂੰ ਯਾਦ ਹੈ ਇੱਕ ਵਾਰੀ ਕਥਾ ਕਰ ਰਹੇ ਸਨ ਤੇ ਬਜ਼ੁਰਗ ਸਨ ਨਿਰਮਲੇ ਸਾਧੂ। ਮੈਂ ਅੱਜ ਫਿਰ ਕਹਾਂਗਾ ਕਿ ਨਿਰਮਲਿਆਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਇੱਕ ਬੰਦਾ ਮਾੜਾ ਹੋ ਸਕਦਾ ਕਿਸੇ ਸੰਸਥਾ 'ਚ, ਪਰ ਸਾਰਿਆਂ ਨੂੰ ਮਾੜੇ ਨਾ ਕਦੀ ਜਾਣੇ। ਕਿਤੇ ਵੀ ਤੁਸੀਂ ਚਲੇ ਜਾਓ, ਕੀ ਪਰਿਵਾਰ ਦੇ ਸਾਰੇ ਜੀ ਚੰਗੇ ਹੁੰਦੇ ਆ? ਕਿ ਬਰਾਦਰੀ, ਮੈਂ ਪਿਛਲੇ ਦਿਨ ਕਿਹਾ ਨਿਰਮਲੇ ਇੰਨੇ ਵੱਡੇ ਵਿਦਵਾਨ, ਯਾਦ ਰੱਖੋ ਅੱਜ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੈਂ ਮੱਥਾ ਟੇਕਣਾ, ਜੇ ਨਿਰਮਲੇ ਉਦਾਸੀ ਸੇਵਾ ਨਾ ਕਰਦੇ ਸ਼ਾਇਦ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ। ਕਿਉਂਕਿ ਉਹਨਾਂ ਨੇ ਲਿਖਾਈ ਦਾ ਕੰਮ ਕੀਤਾ, ਉਹਨਾਂ ਮਹਾਰਾਜ ਦੇ ਸਰੂਪ ਸੰਭਾਲੇ, ਉਹਨਾਂ ਅਰਥ ਸੰਭਾਲੇ ਸਾਡੇ ਗੁਰਬਾਣੀ ਦੇ। ਪਰ ਸਮਾਂ ਆਇਆ ਜਿਹੜੀ ਲਹਿਰ ਕੋਲ ਤਾਕਤ ਹੁੰਦੀ ਉਹ ਦੂਜੇ ਨੂੰ ਖਾਣ ਦੇ ਯਤਨ ਕਰਦੀ। ਉਹ ਨਿਰਮਲੇ ਬਜ਼ੁਰਗ ਸਨ, ਬੜੇ ਬੰਦਗੀ ਵਾਲੀ ਰੂਪ, ਤੇ ਉਹਨਾਂ ਕੋਲ ਆ ਗਏ ਸੱਜਣ ਕੋਈ, ਕਹਿਣ ਲੱਗੇ ਬਾਬਾ ਜੀ ਵੀ ਜਿਹੜੀ ਕਥਾ ਕਰਨੇ ਆ, ਜਿਹੜਾ ਪੜ੍ਹਦੇ ਹੋ, ਇਹਦਾ ਮਤਲਬ ਕੀ ਹੈ? ਉਹਨੇ ਸਿੱਧਾ ਇਹ ਸਵਾਲ ਕੀਤਾ, ਇਹਦਾ ਮਤਲਬ ਕੀ ਹੈ, ਕਿਉਂ ਪੜ੍ਹਦੇ ਹੋ? ਅਗਲੀ ਗੱਲ ਕਹੀ ਵੀ ਸਾਨੂੰ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਾ ਮਤਲਬ ਕੀ ਹੈ? ਉਹ ਬੜੇ ਸ਼ਾਂਤ, ਉਹਨਾਂ ਨੇ ਸਿਰਫ ਇੱਕੋ ਤੁਕ ਕਹੀ, ਕਹਿਣ ਲੱਗੇ ਇਹਦਾ ਮਤਲਬ ਇੰਨਾ ਕੋਈ ਨਿਘਰਿਆ ਘਰ ਆਓ। ਵੇਖੋ ਮੇਰੀ ਬੇਨਤੀ ਸੁਣੋ, ਕਹਿੰਦੇ ਇਹਦਾ ਇੰਨਾ ਕੋ ਅਰਥ ਨਿਘਰਿਆ ਘਰ ਆਓ। ਤੂੰ ਜਿੰਨੇ ਮਰਜ਼ੀ ਘਰ ਬਣਾਈ ਬੈਠਾ, ਇਹ ਸਰੀਰ ਘਰ 'ਚ ਰਹਿਣਾ, ਬਾਹਰ ਦੇ ਘਰ 'ਚ ਰਹਿਣਾ, ਪਰ ਆਤਮਾ ਨੂੰ ਪੁੱਛ ਕੇ ਦੇਖ, ਨਾ ਉਹਦਾ ਆਹ ਘਰ ਹੈ ਨਾ ਬਾਹਰ ਵਾਲਾ ਘਰ ਹੈ। ਉਹ ਨਿਘਰਿਆ ਬੰਦਿਆ, ਤੂੰ ਆਪਣੇ ਨਿੱਜ ਘਰ ਵਿੱਚ ਆ ਜਾ, ਤੈਨੂੰ ਮੰਜ਼ਿਲ ਮਿਲ ਜਾਏ। ਨਿਘਰਿਆ ਘਰ ਆ। ਹੁਣ ਧਰਮ ਗ੍ਰੰਥ ਸੁਣੀਏ, ਮਾੜੀ ਗੱਲ ਨਹੀਂ, ਸੁਣਨਾ ਚਾਹੀਦਾ, ਪਾਠ ਕਰਨਾ ਚਾਹੀਦਾ। ਹਜ਼ੂਰ ਨੇ ਪਰ ਨਾਲ ਧਰਮ ਗ੍ਰੰਥ ਪੜ੍ਹਦਿਆਂ ਸੁਚੇਤਤਾ ਦਿੱਤੀ ਕਿ ਕਿਤੇ ਤੇਰਾ ਪੜ੍ਹਨਾ ਵੀ ਖੌਮੇ ਦਾ ਰੂਪ ਨਾ ਧਾਰਨ ਕਰ ਜਾਏ। ਹੁਣ ਬਚਨ ਹੈ, ਕਿਆ ਪੜ੍ਹੀਏ ਕਿਆ ਗੁਨੀਏ, ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨਹਿਰੇ ਅਜਾਨ। क्या पढ़िए क्या गुनिए, क्या वेद पुराना सुनिए, पढ़े सुने क्या होई, निस दिन सुन के पुराण, पढ़े सुने क्या होई, जो सहज न मिलियो सोई। अगे महाराज कहते हर का नाम ना जपस गवारा। पढ़िया जरूर कि नाम च आ ताकत, नाम च आ ताकत, ध्रुव ते आ कृपा की, प्रहलाद ते आ कृपा की। महाराज कहने लगे पढ़िया है, पर तू अपनी जिंदगी च इनू कमाना शुरू कर दे। जो ध्रुव नाल वापरिया तेरे ते वापरेगा। यही बचन गुरु तेग बहादुर साहब दा सी। पहले दिन जदों मैं कथा शुरू की पढ़िया सी, मन रे प्रभ की शरण विचारो, जे सिमरत गनका सी उदरी ताको जस उर धारो। ये पुराण है। हजूर कहते ने क्या पढ़िए क्या गुनिए, क्या वेद पुराना सुनिए, पढ़े सुने क्या होई, जो सहज न मिलियो सोई। महाराज अगे कहते अगला काम क्यों नहीं किया, हर का नाम ना जपस गवारा। क्या सोचें बारंबार। ते महाराज ये पढ़िया, हजूर कहते तू ये पढ़ता रहा भी ये दीवा मिट्टी का हुंदा है, ये तू पढ़ लिता भी दीवे दे विच बत्ती रूं दी वट के पाई दी है। ये पढ़ लिया भी सरों का तेल जां घ्यो पा दिओ, तिलां दा तेल पा दिओ, उत्ते अग लगदी है ते सारी रात दीवा रोशनी दिंदा है। कह लगे पढ़िया ते जरूर, पर दीवा बालिया ते किसी दिन नहीं ना। फिर बेनती है
ਦੀਵਾ ਪੜ੍ਹਿਆ। ਦੂਜੀ ਗੱਲ ਕਿ ਜੋ ਤੂੰ ਪੜ੍ਹਿਆ ਹੈ ਉਹਨੂੰ ਦੀਵੇ ਨੂੰ ਬਾਲ। ਮਹਾਰਾਜ ਕਹਿੰਦੇ ਨੇ ਅੱਗੇ ਬਚਨ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਗ ਬਾਰਾ, ਅੰਧਿਆਰੈ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਐ, ਬਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਕਹਿ ਰਹੇ ਨੇ ਸੁਣ ਤੂੰ ਕੁਰਾਨ ਸੁਣ, ਪਰ ਸਮਝਦਾ ਕਿਉਂ ਨਹੀਂ ਜੋ ਗ੍ਰੰਥ ਕਹਿ ਰਿਹਾ। ਅੱਜ ਮੁਸ਼ਕਲ ਇਹ ਜੇ, ਪਹਿਲਾਂ ਵੀ ਸੀ, ਅੱਜ ਤੇ ਸਿੱਖਾਂ ਵਿੱਚ ਹੋ ਗਈ ਨਾ ਸ਼ੁਰੂ। ਇੱਕ ਦੂਜੇ ਨੂੰ ਪੁੱਛੋ ਕੋਈ ਨਾ, ਵਾਹਿਗੁਰੂ ਸੱਚੇ ਪਾਤਸ਼ਾਹ ਕੰਨਾਂ ਨੂੰ ਹੱਥ ਲੱਗੇ। ਮੈਂ ਕਦੀ ਮੇਰਾ ਵਾਹ ਨਹੀਂ ਫੇਸਬੁੱਕ ਨਾਲ, ਤੇ ਮੈਂ ਕਹਿੰਦਾ ਰੱਬਾ ਜ਼ਿੰਦਗੀ 'ਚ ਪਾਈ ਵੀ ਨਾ। ਅਸੀਂ ਗ੍ਰੰਥਾਂ ਦੇ ਨਾਂ ਤੇ ਲੜਦੇ, ਕਿੱਥੋਂ ਤੱਕ ਪਹੁੰਚਨੇ। ਤੇ ਸੱਚੀ ਮੁੱਚੀ ਜਿੱਦਣ ਆਹ ਹੁਕਮਨਾਮਾ ਦਰਬਾਰ ਸਾਹਿਬ ਆਉਂਦਾ, ਇੱਕ ਵਾਰੀ ਕਥਾ ਗੁਰੂ ਰਾਮਦਾਸ ਦੇ ਕਰਦੇ ਆ, 3 ਵਾਰੀ ਹੁਕਮਨਾਮਾ ਆਇਆ ਇੱਕ ਹਫ਼ਤੇ 'ਚ। ਮੈਂ ਕਥਾ ਕਰਦੇ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਜਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਤੂੰ ਵੇਦ ਤੇ ਕਤੇਬ ਨੂੰ ਲੜਾ ਰਿਹਾ ਹੈ, ਕਮਾ ਤੇ ਨਹੀਂ ਰਿਹਾ ਨਾ। ਇਹ ਫਿਰ ਮੇਰੀ ਬੇਨਤੀ ਨੂੰ ਦੁਬਾਰਾ ਸੁਣਿਓ। ਮੈਂ ਪੋਥੀ ਪਾਲੀ, ਮੇਰਾ ਗ੍ਰੰਥ ਵੱਡਾ, ਮੇਰਾ ਖੁਦਾ ਵੱਡਾ, ਦੂਜਾ ਕਹਿੰਦਾ ਮੇਰਾ ਰਾਮ ਵੱਡਾ। ਤੇ ਮੈਂ ਕੱਲ ਪਰਸੋਂ ਕਿਹਾ ਵੀ ਆ ਬਿਮਾਰੀ ਜਦੋਂ ਆਉਂਦੀ ਨਾ ਕੋਈ, ਤੇ ਅਸਾਂ ਫਟਾਫਟ ਆਪਣੇ ਧਰਮ ਦੀ ਕਾਪੀ ਲੈ ਕੇ ਤੁਰ ਪੈਂਦੇ। ਸਾਡੇ ਤੇ ਸਟੈਂਪ ਲਾ ਦਿਆ ਸਾਇੰਸ। ਹਾਂਜੀ, ਹੁਣ ਮਾਸਕ ਪਾਏ, ਤੁਸੀਂ ਪਾਏ, ਸਾਰੇ ਪਾਉਂਦੇ ਆਪਾਂ। ਮੈਂ ਇੱਕ ਨੂੰ ਸੱਜਿਆ, ਉਹ ਕਹਿੰਦਾ ਜੀ ਸਾਡੇ ਧਰਮ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਹਿਜਾਬ ਪਾ ਕੇ ਰੱਖੋ। ਧਰਮ ਇੰਨਾ ਕਮਜ਼ੋਰ ਨਹੀਂ, ਇਹ ਬਿਮਾਰੀਆਂ ਦੇ ਬਹਾਨੇ ਪਾ ਕੇ ਲੋਕ ਵਿਗਿਆਨ ਤੋਂ ਸਟੈਂਪ ਲਾਏ ਵੀ ਸਾਨੂੰ ਅਥਾਰਟੀ ਦੇ ਦਿਓ, ਸਾਡਾ ਚੰਗਾ ਹੈ। ਨਹੀਂ, ਧਰਮ ਤਾਂ ਬਹੁਤ ਉੱਚੀ ਗੱਲ ਹੈ ਪਿਆਰਿਓ, ਧਰਮ ਬਹੁਤ ਉੱਚਾ ਹੈ। ਹੁਣ ਗ੍ਰੰਥ ਪੜ੍ਹ ਕੇ, ਗ੍ਰੰਥਾਂ ਨੂੰ ਪੜ੍ਹ ਕੇ ਲੜੀ ਜਾਣਾ। ਤੇ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਤੂੰ ਤੇ ਗਿਆਨੀ ਦਾ ਗਿਆਨੀ ਰਿਹਾ ਹੈ। ਇੱਕ ਮੈਂ ਤੁਹਾਨੂੰ 2 ਬੇਨਤੀਆਂ ਹੋਰ ਕਰਾਂਗਾ। ਇੱਕ ਸ਼ਬਦ ਆਉਂਦਾ ਗੁਰੂ ਨਾਨਕ ਸਾਹਿਬ ਦਾ, ਆ ਛਲ ਛਲਾਈ ਨੈ ਛਲੈ, ਨੈ ਘਾਉ ਕਟਾਰਾ ਕਰ ਸਕੈ। ਉਸ ਵਿੱਚ ਸ਼ਬਦ ਹੈ ਬਿਨ ਤੇਲ ਦੀਵਾ ਕਿਉਂ ਜਲੈ। ਆਹੀ ਜਿਹੜੀ ਮੈਂ ਗੱਲ ਕਰਕੇ ਹਟਿਆ। ਅੱਗੇ ਗੁਰੂ ਜੀ ਨੂੰ ਪੁੱਛਿਆ ਗਿਆ ਵੀ ਤੇਲ ਤੋਂ ਬਿਨਾ ਦੀਵਾ ਕਿਵੇਂ ਬਲੇ, ਅੰਦਰ ਕੁਝ ਦਾਮੀ ਕੋਈ ਨਹੀਂ ਤੇ ਰੂਹਾਨੀਅਤ ਦੀ ਰੋਸ਼ਨੀ ਕਿੱਥੋਂ ਆਵੇ। ਜੇ ਅੰਦਰ ਕੁਝ ਹੋਵੇ ਤਾਂ ਹੀ ਨਾ। ਅੱਗੇ ਗੁਰੂ ਜੀ ਕਹਿੰਦੇ ਪੋਥੀ ਪੁਰਾਣ ਕਮਾਈਐ, ਨਿਸ ਦਿਨ ਸੁਣ ਕੇ ਪੁਰਾਣ। ਪੋਥੀ ਪੁਰਾਣ ਕਮਾਈਐ, ਜਿਹੜੀਆਂ ਤੂੰ ਧਰਮ ਪੋਥੀਆਂ ਸੁਣਨਾ, ਇਹਨੂੰ ਕਮਾ, ਇਹਨੂੰ ਜ਼ਿੰਦਗੀ 'ਚ ਲਾਗੂ ਕਰ, ਪਰ ਲੋਕਾਂ ਲਈ ਨਹੀਂ। ਵਾਹਿਗੁਰੂ ਜੀ ਅੱਜ ਤਕਰੀਬਨ 99% ਲੋਕ ਲੋਕਾਂ ਲਈ ਜੀਂਦੇ ਲੈ, ਆਪਣੇ ਲਈ ਕੋਈ ਨਹੀਂ ਜੇ ਜੀਂਦਾ। ਜੇ ਕੱਪੜੇ ਨੇ ਵੀ ਲੋਕਾਂ ਵਾਸਤੇ ਹੀ ਨੇ, ਗੱਡੀ ਇਹ ਵੀ ਲੋਕਾਂ ਵਾਸਤੇ ਹੈ, ਘਰ ਇਹ ਸੱਚੀ ਲੋ। ਮੈਂ ਇਹ ਬੇਨਤੀ ਕਰਾਂ, ਉਹ ਵੀ ਲੋਕ ਕੀ ਕਹਿਣਗੇ ਜਦੋਂ ਕਮਾਈ ਕਰਨ ਤੁਰਨੀ। ਕਦੀ ਨਹੀਂ ਦੇਖਣਾ ਲੋਕ ਕੀ ਕਹਿਣਗੇ, ਇੱਕੋ ਹੈ ਮੇਰਾ ਗੁਰੂ ਨਾਨਕ ਕੀ ਮੈਨੂੰ ਕਹੇਗਾ। ਬਾਬੇ ਵੱਲ ਦੇਖ, ਲੋਕ ਤਾਂ ਬਹੁਤ ਕੁਝ ਕਹਿੰਦੇ ਆ। ਹਜ਼ੂਰ ਨੇ ਉੱਥੇ ਸ਼ਬਦ ਵਰਤਿਆ ਪੋਥੀ ਪੁਰਾਣ ਕਮਾਈਐ, ਇਹਨੂੰ ਕਮਾ ਭਾਉ ਵੱਟੀ ਇਤ ਤਨ ਪਾਈਐ। ਤਨ ਦਾ ਦੀਵਾ ਬਣਾ, ਰੱਬ ਤੋਂ ਡਰ ਕੇ ਰਿਹਾ ਕਰੋ, ਵੱਟੀ ਵੱਟ ਕੇ ਪਾ ਵਿੱਚ ਇਹਦੇ। ਕਦੀ ਵੀ ਕਿਸੇ ਦਾ ਨੁਕਸਾਨ ਦੇ ਕੇ ਖਸ ਨਾ ਡਰ। ਭਾਉ ਵੱਟੀ ਇਹ ਤਨ ਪਾਈਐ, ਸੱਚ ਬੂਝਣ ਆਣ ਜਲਾਈਐ। ਇਹ ਤੇਲ ਇਹ ਦੇਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੇ। ਫਿਰ ਮੈਂ ਬੇਨਤੀ ਕਰਾਂਗਾ, ਇੱਥੇ ਗੁਰੂ ਤੇਗ ਬਹਾਦਰ ਤਾਂ ਕਹਿ ਰਿਹਾ ਕਿਉਂਕਿ ਜਦੋਂ ਧਰਮ ਗ੍ਰੰਥ ਬੋਧਕ ਤੌਰ ਤੇ ਚੇਤੇ ਹੋ ਜਾਏ, ਬੁੱਧੀ 'ਚ ਦਿਮਾਗ 'ਚ ਚੇਤੇ ਹੋ ਜਾਏ, ਤੇ ਜੀਵਨ ਉਹਦੇ ਤੋਂ ਉਲਟ ਚੱਲੇ, ਉਦੋਂ ਫਿਰ ਗੁਰੂ ਕਹਿੰਦਾ 4 ਪੁਕਾਰੈ ਨਾ ਤੂੰ ਮਾਨੈ, ਖਟ ਪੀ ਏਕਾ ਬਾਤ ਬਖਾਨੈ, 10 ਅਸਤੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਇਹ ਵੀ ਗ੍ਰੰਥ ਨੇ। 4 ਪੁਕਾਰੇ ਦਾ ਅਰਥ ਹੈ 4 ਵੇਦ ਬੋਲਦੇ ਤੂੰ ਨਹੀਂ ਮੰਨਿਆ। 4 ਪੁਕਾਰੇ ਨਾ ਤੂੰ ਮਾਨੈ, ਖਟ ਪੀ, ਖਟ ਦਰ ਤੇ 6 ਸ਼ਾਸਤਰ ਕਹਿ ਰਹੇ ਨੇ। ਖਟ ਪੀ ਏਕਾ ਬਾਤ ਬਖਾਨੈ, 10 ਅਸ਼ਟੀ, 10 ਤੇ 8 18 ਪੁਰਾਣ ਕਹਿ ਰਹੇ ਨੇ। 10 ਅਸ਼ਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਮੈਂ ਬੇਨਤੀ ਕਰਾਂਗਾ, ਉਂਝ ਮੇਰੀ ਹੱਥ ਜੋੜ ਕੇ ਬੇਨਤੀ ਹੈ, ਚੰਗੀ ਲੱਗੇ ਜ਼ਰੂਰ ਮੰਨਿਓ, ਕਦੀ ਵੀ ਕਿਸੇ ਦੇ ਧਰਮ ਗ੍ਰੰਥ ਦਾ ਮਜ਼ਾਕ ਨਹੀਂ ਹੋਣਾ ਪਲੀਜ਼। ਮੈਂ ਨਹੀਂ ਸਹਿਮਤ, ਗੱਲ ਵੱਖਰੀ ਹੈ, ਪਰ ਕਦੀ ਕਿਸੇ ਦੇ ਧਰਮ ਗ੍ਰੰਥ ਦੀ ਨਰਾਦਰੀ ਨਹੀਂ ਕਰੀ ਦੀ ਹੁੰਦੀ। ਕਿਉਂਕਿ ਹਿੰਦੁਸਤਾਨ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਹਦੇ ਕਈ ਕਾਰਨ ਨੇ। ਏਜੰਸੀਆਂ ਨੇ ਕਦੀ ਸਿੱਖਾਂ ਨੂੰ ਟਿਕ ਕੇ ਨਹੀਂ ਬਹਿਣ ਦੇਣਾ। ਇਹਨਾਂ ਦੇ ਬੱਚਿਆਂ ਨੂੰ ਕਦੀ ਸਿਗਰਟਾਂ ਸੱਟਣਗੇ, ਕਦੀ ਗਾਂ ਦਾ ਮਾਸ ਸੱਟਣਗੇ, ਕਦੀ ਗ੍ਰੰਥਾਂ ਨੂੰ ਬੇਅਦਬੀ ਕਰਾਉਣਗੇ।
बड़ियां वड्डियां दे पिछे साजिशां ने, पर मैं फिर बेनती करांगा, धर्म ग्रंथ दी अपनी थां हुंदी। बाबा जी ने तो क्या, बाबा जै कर करते कीरत होए सो कर राख वडाई तोए। जिस ग्रंथ विच करते दी कीर्ति होवे वो ग्रंथ जुगो जुग अटल रहे। महाराज सच्चे पातशाह कह रहे हैं तू सुनना है। गुरु तेग बहादुर कहते अजान निस दिन सुन के पुराण समझत न रे अजान। अजान का अर्थ इत्थे करांगे अज्ञानी। हे अजान, उंज अजान का अर्थ ये जान तो बिना भी है, क्योंकि जान दे अगेतर लगा एड़ा उत्ते। इत्थे अजान का अर्थ है जिहड़ा जान करनी। एक अजान का अर्थ है जिहदे च जान कोई नहीं। एक अजान है जिहड़ा मुल्लां दिंदा है। इत्थे अजान का अर्थ है जिन्होंने समझ कोई नहीं। निस दिन सुन के पुराण समझत न रे अजान। वो अज्ञानियां क्यों नहीं समझदा। ते अगे महाराज कहने एक होर तेरे नाल वापरन वाली घटना। काल तो पहुंचो कूड़ा खुला। काल तो पहुंचो आन कहाँ जय है भाजरे रहाओ। ये तीन तुका रहाओ दियां ने जी। काल, काल दा अर्थ मौत। तो पहुंचो आन, वो तेरे कोल मौत पहुंची के पहुंची। गुरु तेग बहादुर साहब कहते किधर तुरया फिरना तू। काल तो पहुंचो आन। अगली वचन कहाँ, कहाँ दा इत्थे कहाँ अर्थ करांगे किथे। कहाँ जय है भाज रे, भज के किथे जाएगा ओए। आ काल ए मौत तेरे पिछे आ गई, क्यों नहीं समझदा पिया। जिन्नी मर्जी तरक्की कर ले, जिथे मर्जी भज जा, मौत ने उत्थे भी पहुंच जा। महाराज इत्थे कह रहे ने काल तो पहुंचो आन कहाँ जय है भाज रे, किथे भज के जाएगा। ते गुरमुखो कोई भज सकदा। ये बंदे दे भुलेखी ने। आ देखो पिछले दिन मैं कर्ज की, जिन्ने भी असी हाँ, मैं हाँ, तो इत्थे क्यों आ गए जी सारे। ऐस जम्मे किते इत्थे आ गए हाँ। गुरबाणी मुताबक दो चीज़ां सानू सफर करांदियां ने। एक सानू ढिड दी रोजी लैके जांदी है, दूजी सानू मौत सफर करांदी है। तीजा ते कारण ही कोई नहीं। एक जिथे जिथे दाने खिलरे ने आपां खानी खाने ने। नक नत कसम हथ किरत धक्के दे। जहां दाने तहां खाने, नानका सच गए। जिथे दाने खिलरे ने खाने ने। ते अगली गल जिथे मौत वाला दिन लिखे है, जिथे थां लिखे है, कुछ भी बंदा ना करे, मौत ने उस थां ते लै ही जाना। एक रोटी ले जाती, दूजी मौत। महाराज कहते काल तेरे नेड़े आ गया। फिर मैं नैगेटिव नहीं कहूँगा, जदों आना है वड्डियां वड्डियां दी बस करा दी आ बीमारी। उंज मैं क्या, गुरु साहब ने एक बचन कहा गुरु ग्रंथ साहब च, बहुत यतन करता बलवंतकारी सेवंत सूरा चतुर्दिशा सहस्कृति। ये ਜਿਹੜੇ श्लोक सहस्कृति पढ़ने मैं आप जी ने कहा सी, ये संस्कृत नहीं हैगी। ये सहस्कृति ये ਜਿਹੜੀ ਬੋਧੀਆਂ ने बोली वरती, महात्मा बुद्ध जो बोलते सन, ये वो है पाली है। ये पाली नाल मेल खाती है उन्हों की बोली। महाराज कहते ने बहुत यत्न करता काल तो पहुंचो आ, मैं अगली तोहफते आ गया। बड़े यत्न करता भी मरना नहीं मैं। तो महाराज कहते घर उत्थे बनाया, समझो इनू उदाहरण दे रहा भी जिथे बंदा फटकी कोई नहीं सकता। बंदा छड्डो, जिथे जनौर चिड़ी परिंदा कोई नहीं फटकता। ऐ उच्ची पहाड़ी ते घर, चार चुफेरे खाई, खाई च पानी, पहरेदारां दे पहरेदार, ते अंदरों लॉक ला के चंगी तरह बंद करके जो बिस्तरे ते पै कहंदा निश्चिंत हो के हुण मैनू कोई नहीं मार सकदा। ते महाराज कहंदे ने जिहड़ा ना वो तू किते भी चला जा उन्हें फिर लभ लेना तेन। गुरु ग्रंथ साहिब कहंदे पलंग ते पिया सारे लोग ही डरदे ने तो। पलंग दे लक्कड़ चों निक्की जी कीड़ी निकली, उस कक्की जी कीड़ी ने डंग मारिया। सवेरे उडीकते रहे भी हुण साहब दा बूहा खुलेगा। बूहा किते खोलिया, जदों बूहा तोड़िया तो साहब की देह पई सी विच उड़ चुका सी। महाराज कहते जदों नूं लैण ते आउंदा है ना, ते ताले वज्जियां विचों भी खो के ले जाता। बहुत यतन करता बलवंतकारी, सूरमा बंदा ताकत वाला। बहुत यत्न करता बलवंतकारी सेवंत सूरा चतुर्दिशा, चार चुफेरे सूर में सेवंत सूरा चतुर्दिशा। बिखम थान बसंत ऊंचा न सिमरन मरणं कदांचै। काल तो पहुंचो आन तेनू चेते नहीं, न सिमरन मरणं कदांचै। होवंत आज्ञा भगवान पुरख है,
ਨਾਨਕ ਕੀਟੀ ਸਾਸ ਅਕਰਖ ਤੇ ਕੀੜੀ ਨੇ ਤੇਰਾ ਥਾਂ ਸਾ। ਮਹਾਰਾਜ ਕਹਿੰਦੇ ਜਿਹੜੀ ਦਿਸਦੀ ਵੀ ਕੋਈ ਨਹੀਂ, ਇੱਥੇ ਕੀਟੀ ਵਰਤਿਆ, ਕੀੜੀ। ਨਾਨਕ ਕੀਟੀ, ਕੀਟੀ ਜਿਹੜਾ ਸੈੱਲ ਕਹਿੰਦੇ ਪਏ ਆ, ਦਿਸਦਾ ਕੋਈ ਨਹੀਂ। ਸੱਚੀ ਮੁੱਚੀ ਆ ਕਿੰਨਾ ਕੋਈ ਤਿਆਰ ਕਰੀ ਬੈਠਿਆ। ਮੈਂ ਇਹ ਨਹੀਂ ਕਿ ਬਿਮਾਰੀ ਦੇ ਹੱਕ 'ਚ ਕੋਈ ਕਹਿ ਰਿਹਾ। ਸਾਡੇ ਮੁਲਕ ਦਾ ਬਾਦਸ਼ਾਹ ਵੀ ਕਹਿੰਦਾ ਸੀ ਜਾਨ ਹੈ ਤੋ ਜਹਾਨ ਹੈ। ਤੇ ਉਹ 6 ਮਹੀਨੇ ਪਹਿਲਾਂ ਕਹਿੰਦੇ ਸਨ ਭਾਰਤ ਮੇਂ ਇਤਨੀ ਸਮਰੱਥਾ ਹੈ किसी का भी मुकाबला कर सकता है। महाराज ने निक्की जी कीड़ी पैदा की, सब दी बस करा के रख दी। ये नहीं मैं तां कह रहा भी गुरु तेग बहादुर कहते हैं तू भुलेखा छड्ड, मैं इन्नियां दवाइयां इन्ना कोई तैयार कर लिया। नहीं प्यारिया, काल तो पहुंचो आन, मौत तेरे तक आ गई। फिर जदों आउंदी है ना बंदा अपड़दी उत्थे जिथे मरना हुंदा। हुण सियाणे लोग कहते समा स्थान ये जदों कारण तीन चीज़ां इकट्ठा हो जांदे बंदा मर जांदा। ये बाबा साहब का एक शब्द सलोक है, साढ़े त्रै मन दियोहरी चले पानी अन्न। 3.5 मन का शरीर अन्न ते पानी के सहारे चलता। आयो बंदा दुनी विच वत असोणी बन। अगे है मलकल मौत का फरिश्ता। मलकल मौत जां आपसी सब दरवाजे बंद। मर्ज की किहड़े किहड़े दरवाजे भन दिते उन्हें। एक तो शरीर के दरवाजे ने, कि शरीर तो बिना दरवाजे ने। ये भी अर्थ बड़े विस्तार वाले ने। सब दरवाजे, अखा एक दरवाजा सी, भन दिता। फरीद साहब ने कहा, महाराज का बचन है, 2 दीवी बुलंदियां मलक बैठा आए, गढ़ लीता घट लुटिया, दीवड़े गया बुझाए। दीवे बुझा दिते उन्हें, दरवाजे तोड़े। अखां दा दरवाजा तोड़ दिता, कन्नां दा तोड़ दिता, मूँह दा तोड़ दिता, नासका दा उन्हें जिन्ने दरवाजे सन बॉडी दे, मौत ने मलकल ने सारे तोड़ के रख दिते। गुरमुखो ये तन दे दरवाजे ने, कुछ दरवाजे बंदे ने खुद पैदा किए। धन एक बड़ा वड्डा दरवाजा है। खरबापति बंदे भी मरदे आ, धन कुछ नहीं कर सकता। सियाणप एक बड़ा वड्डा दरवाजा है। ਵੱਡੇ ਵੱਡੇ ਸਿਆਣੇ ਬੰਦਿਆਂ ਨੂੰ ਮੌਤ ਲੈ ਜਾਂਦੀ, ਸਿਆਣਪ ਨਹੀਂ ਬਚਾ ਸਕਦੀ। ਪਦਵੀ ਇੱਕ ਬਹੁਤ ਵੱਡਾ ਦਰਵਾਜ਼ਾ ਹੈ, ਪਰ ਪਦਵੀ ਦਾ ਦਰਵਾਜ਼ਾ ਵੀ ਮੌਤ ਤੋੜਦੀ ਹੈ। ਪੁੱਤਰ ਧੀ ਪਰਿਵਾਰ ਬੜਾ ਵੱਡਾ ਦਰਵਾਜ਼ਾ ਹੈ। ਬਾਬਾ ਜੀ ਨੇ ਸਿੱਧੀ ਗੱਲ ਮੁਕਾ ਦਿੱਤੀ, ਸਭ ਦਰਵਾਜ਼ੇ ਭੰਨ, ਸਾਰੇ ਦਰਵਾਜ਼ੇ ਤੋੜ ਦਿੱਤੇ। ਮਹਾਰਾਜ ਕਹਿੰਦੇ ਨੇ ਉਹ ਕਿਉਂ ਨਹੀਂ ਸਮਝਦਾ ਓਏ, ਕਾਲ ਤੋਂ ਪਹੁੰਚਵਾਨ ਆ ਗਿਆ ਤੇਰੇ ਪਿੱਛੇ। ਇਸ ਤਰ੍ਹਾਂ ਤੁਰਦਾ ਜੀ ਸਾਡੇ ਪਿੱਛੇ ਨਾ, जिमें पंछी तुरदा है, उन्होंने पता ही नहीं कि मेरे पिछे पिछे कोई तीर चलाने वाला भी, वो तो बेचारा अपनी मौज तुरिया उड़ता जाता है। पंछी उड़ रहे। महाराज जी कह, दिन ते पैर, पैर ते घरियां, काल तो पहुंचवान। दिन ते पैर, पैर ते घरियां, आप घटै तन छिजै, काल अहेरी। आ शिकारी आ गया तेरे सिर ते चढ़िया। काल अहेरी फिरै बदक जो कहो, कवन बिद की जय, मौत तेरे सिर ते आ गई। प्यारिया, गुरु नानक साहब जी ने ते समझाया कि भाई सिखो, मम सर मुवे अजराइल, गिरफ्त दिल खेच ना दानी। मेरे सिर दे जूड़े नू, बाला नू मौत दे फरिश्ते ने पकड़िया, नकम्मे दिल नू समझ क्यों नहीं पैंदी पई। दिला तू सोच। महाराज कहते हैं, काल तो पहुंचो आन, आया बस। अगे जी कहा जय है भाजरे, किथे भज के जाएगा। मौत तेरे सामने खलोती। सच्ची मुच्ची भज भी किहड़ा सकदा है जी। उंज वैसे मैं एक बारी कह, सूफियां च एक कहानी सुनाते हैं भी किसी बंदे नूं पता लग गया भी मैं मर जाना, तो उन्हें कहा मैं थां ही बदल जाना, मैं थां बदल जाना। जो थां ही ना होगी, उन्हें नवीं घोड़ी, चंचल घोड़ी ते चढ़िया, लाया उन्हें घोड़ी नूं अड्डी लाई। अड्डी लाते होंगे भजान लई। हुण ये जदों मैं अड्डी उड्डी कह देना, कईयां नूं समझ कोई नहीं पैनी अड्डी लाना की। वो थल्ले उहदे पेट कोल अड्डी मारदे ने, घोड़ी इशारे नाल भजदी सी। घोड़े नूं अड्डी लाई, घोड़ी नूं दौड़ पई। सारा दिन पुछो कोई ना, पता नहीं किन्ने को दूर आ गया। ऐ शाम नूं उतर के घोड़ी तो कहंदा, हुण इन्नी दूर आ गया, हुण मौत कित्थे। कहंदे इन्नी देर नूं किसी ने मोढे ते हत्थ रखिया, पिछां वेखिया। कहंदा तू कौन? वो कहंदी मैं मौत, मैनू भी सवेर की चिंता सी, मरना इत्थे ते बैठा उत्थे पिया, मरना तो इत्थे भी ने ते बैठा उत्थे पे। तेरा शुकराना तू वक्त सिर पहुंच गया, तू मरना ही इत्थे।
मैं आप ਨੂੰ ਬੇਨਤੀ ਕਰਾਂਗਾ, ਗੁਰਮੁਖ ਹਾਸੇ ਵਾਲੀ ਗੱਲ ਨਹੀਂ, ਮੈਂ ਆ ਤੁਸੀਂ ਆ, ਇਹ ਪਿੱਛੇ ਪਿੱਛੇ ਤੁਰੀ ਫਿਰਦੀ ਏ ਤੇ ਉਹਦੇ ਹੁਕਮ 'ਚ ਤੁਰੀ ਫਿਰਦੀ ਏ। ਮਹਾਰਾਜ ਕਹਿੰਦੇ ਨੇ ਕਹਾਂ ਜੈ ਹੈ ਭਾਜਰੇ, ਕਿੱਥੇ ਭੱਜੇਂਗੇ ਤੇ ਕੋਈ ਵੀ ਨਹੀਂ ਭੱਜ ਸਕਿਆ। महाराज कहने ने जोगी जति ब्रह्मचारी बड़े बड़े छत्र धारी, छत्र ही की छाया कई कोस लो चलत गए। बड़े बड़े राजन के दाबत फिरत देश, बड़े बड़े भूपन के द्रप को दलत गए। सारी दुनिया का पैसा इकट्ठा करने वाले भी दुनिया तो तुर गए। फिर बिनती काल तो पहुंचो आन, कहाँ जय है भाज रे रहाओ। अगला बचन, अस्थिर जो मान्यो देह, अस्थिर जिन्हें कदी नहीं जाना, ये जिन्हों तू समझना मैं स्थिर। वैसे गुरबाणी की खूबसूरती उंज दे तुसी आम अजकल शब्द वरतो ना अस्थिर, ये अर्थ दूजे, अस्थिर का अर्थ नहीं जरा स्थिर नहीं, पर गुरबाणी विच मैं कहना एडी खूबसूरती, स्थिर वास्ते अड़ा गितर है। अस्थिर रहो डोलो मत कबहू। इत्थे अस्थिर का अर्थ ये भी नहीं जरा स्थिर नहीं, इत्थे अस्थिर का अर्थ जरा स्थिर है। फिर बिनती, अस्थिर जो मान्यो देह, जिस देह नूं तू मानना इन्हें तो जाना ही कोई नहीं, ये शरीर तो इस तरह रहना। महाराज कहते आ ये गल याद रखी, सो तो आ जिहड़ी देही है जिन्हों अस्थिर मानना, तेरो ऊड़ा औंकड़ बोलना, होड़ा नहीं बन देना। सो तो तेरो होए है खे, जिन्हों तू मानना भी मेरी देही कदी नहीं जानी, अस्थिर है। तो महाराज कहते हो सकता कल शाम तक तेरा इन्ना को राख बनी हो, इन्हें खाक बन जाना है, मिट्टी बन जाना। अस्थिर जो मान्यो दे, सो तो तेरो होए है खे, गर्भ करत है देह को। गुरु तेग बहादुर साहब कहते बिन सै छिनमै मीत, जे प्राणी हर जस कहो नानक ते जग जीत। कबीर माटी के हम पुतरे, मानस राख्यो नाओ। महाराज कहते मिट्टी दे पुतले हाँ, दिवस चार के पहुने, बड़ बड़ रूंदे ठाऊं। कबीरा धूर सकेल के पुरिया बांधी दे, अब पुड़ी बजी पई पता नहीं कितने खिलर जानी सारी। दिवस चार को पेखना अंत खे की खे। अस्थिर जो मान्यो देह, सो तो तेरो होए है खे। इसने खे हो जाना है। मैं कई बार सोचना अज भी से मेरे मन च कि गुरु तेग बहादुर, मैं ये भी लफ्ज रिपीट कर लगा, दो साके उन्हां दी जिंदगी दे कदी नहीं भुलने। साके मैं कह रहा, साके दा लफ्जी अर्थ दुखांत नहीं केवल हुंदा, क्योंकि जो साका शब्द कहांगे साडे मन च शहीद चेते आ जाने ने। ननकाना साहिब दा साका, चमकौर दा साका, सरहंद दा साका। साके दे लफ्जी अर्थ ने कि हिस्टरी विच वो वापरी कोई घटना जिहड़ी समा लंघण तो बाद भी अपने अर्थां नूं कायम रखदी है, वापरी वो घटना। दो साके चेते रखियो गुरु तेग बहादुर साहब दे, दो घटनावां कवां, एक बाबा बकाला साहब दा ते दूसरा चांदनी चौंक दा। सिमरन एकाग्रता तो बिना नहीं हो सकता। हो सकता जी, मन खिंडिया होवे सिमरन होवेगा। जदों खब्बा सज्जा हर चीज़ हर पास्यों मन जिहड़ा वो हट जाए, एकाग्रता नाल सिमरन हुंदा है। जे सिमरन एकाग्रता तो बिना नहीं हुंदा ते याद रखियो गले ते करपान तलवार भी एकाग्रता तो बिना नहीं चलवाई जा सकती। शहीद भी वो हुंदा जिहड़ा एकाग्र हुंदा। फिर बेनती, जे मन खिंड गया मेरा पुत्र, मन खिंड गया मेरे बच्चे, मन खिंड गया मेरा इन्ना कुछ, जे मर लग्या मन खिंडे वो शहादत नहीं हुंदी, कमजोरी हुंदी है। जे सिमरन कर लग्या मन खिंड जाए तो रस नहीं बनता। सच एवे गुरु तेग बहादुर की एकाग्रता, बाबा बकाला साहब भी एकाग्रता है। यही कारण मान करो अपने सतगुरु गुरु तेग बहादुर साहब के। तो मैं आपको फिर बेनती करांगा, ज़्यादा नहीं, हफ्ते च एक बारी सही गुरु तेग बहादुर साहब की बाणी जरूर पढ़िया करो। इस गल ते 100% जो मैं ऐद की विचर के देखा 100% भरोसा करो
कि तेग बहादुर सिमरिए कर नौनिध आवे धाए सब थाई होए सहाय। बाबा बकाला साहब की इकाग्रता है, सिमरन का शिखर है। ते चांदनी चौक च इशनान तो बाद जदों काजी अब्दुल वाहब जलाद ते कोतवाल पुछदे आ अंतिम इच्छा, कहन लगे बस उस इकाग्रता करते नूं याद करना जिथों मैं शुरुआत की सी। इकाग्रता जप का पांच किया। आप सब नूं पता है, जप जी पढ़ के हजूर दे इस सतगुरु दे सीस नूं कलम किया, जदों शहीद किया उदों जप जी सी। याद रखियो, पहला इकाग्रता बन चुकी सी जिहड़े भूरे विच पैदा हुई है, क्योंकि इकाग्रता तो बिना शहीदी नहीं। हुण सतगुरु वार वार मौत कहिंदे। आप जिन्ने शब्द असीं पिछा विचारते रहे, जो उपजो सो बिन सकै चिंता ताकि सब कुछ किया, बस मैनूं इंज लगदा है गुरु तेग बहादुर मौत की गल करके इन्ना को मौत ते फतेह पा गए, जिहड़ी मौत का डरावा वो चांदनी चौक ही देंदे आ, उस मौत दीयां बातां ते गुरु तेग बहादुर सारी जिंदगी करदा है। महाराज कहंदे जिहड़ी तेरी देख है, जिन्हों समझना ने नहीं जाना, ਇਹਦਾ ਤੇ ਹਾਲ ਹੀ ਬੁੜਾ ਹੋਣਾ। ਅਸਤਰੀ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਇਆ ਖੇ, ਕਿਉਂ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜ ਰੇ। ਝਿੜਕ ਮਾਰਦੀ ਥੋੜੀ ਜੀ, ਕਿਉਂ ਨਾ ਹਰ ਕੋ ਨਾਮ ਲੈ, ਤੂੰ ਕਿਉਂ ਨਹੀਂ ਵਾਹਿਗੁਰੂ ਜੀ ਦਾ ਨਾਮ ਲੈਂਦਾ, ਸਿਮਰਨ ਕਿਉਂ ਨਹੀਂ ਕਰਦਾ। ਮੂਰਖ ਨਿਲਾਜ, ਨਿਲਾਜ ਦਾ ਅਰਥ ਨਿਲਾਜ ਬਸ਼ਰਮ ਬੇਗੈਰਤਾ। ਕਹਿੰਦੇ ਉਹ ਬੇਗੈਰਤਿਆ ਨਿਲਾਜ, ਉਹ ਬੇਸ਼ਰਮਾ तेरी मिट्टी हो जानी है। दे तू बंदे का पुत्र बन के बंदगी कर। सीधी पेंडुआं वाली गल करा, अर्थ यही ने ना जी। उंज चलो मैं दूजे शब्दां थल्ले कहांगा भी महसूस ना करो, अर्थ यही ने। नलाज का अर्थ बेशर्म ना करो, बेगैरता ना करो, ये कर लांगे तेन लाज कोई नहीं, अर्थ यही नहीं। वो नलाज मूर्खा तू क्यों नहीं बंदगी करता। हुण सारी गल करके ना जी इत्थों तक भी तेरी उम्र लंघ गई, तू ग्रंथ पढ़े की कीता, मौत तेरे उत्ते आ गई, अगे तेरी देह मिट्टी हो जानी है। वो मूर्खा क्यों नहीं जपदा। फिर पता की कीता जी, ऐ प्यार नाल कोल बुला लिया गुरु तेग बहादुर साहब। हुण याद रखियो, आपां इस तुक तो चलना है, पहली तुक ते जिथों कथा शुरू की सी। महाराज कहंदे राम भगत हीए आन। हुण इत्थे ये नहीं कहा भी जदों अस्त्र कह दिता, खे कह दिता, निलाज कह दिता, ये थोड़ा कह भाजा मेरे घर चों, क्योंकि गुरु कदी भी धक्का नहीं मारदा हुंदा। गुरु झिड़कदा जरूर है। जे गुरु झिड़कै तां मीठा लगे, ओदी झिड़क च सुख है। तो सच्चे माई हुण ते नहीं कहंदे पिंडा मर जाए वे मोया वे, ये कुछ कहंदियां सन, पर दिलों पुछ के देखो मोया बर्दाश्त करदी नहीं करती। सतगुरु इत्थे हुण सानूं प्यार नाल कोल लै। गुरु तेग बहादुर साहब जी कहने राम भगत, भगत दे तत्ते नूं सिहारी है भगती सिमरन, प्रभु की भगती। हीए, हीए दा अर्थ हिरदा दिल सीना। राम भगत हीए आन, प्रभु दी भगती नूं हिरदे च ले आ। ते तेनू एक बीमारी है जिहड़ी पहले शब्द महाराज कहने दसी सी। सुनियो, आपां हुण इत्थों तुरांगे, कित्थों कथा शुरू की इत्थे। चलो वेखो सबाबी बन गया कि राम भगत ये आन, छाड़ दे तैं मन को मान। जिदन शुरुआत की उदन यही सी, साधो मन का मान त्यागो। आपनूं पता होना पहला शब्द गुरु साहब का इत्थे आ शुरू किया सी, गौड़ी राग का, साधो मन का मान त्यागो। मैनूं ते इंज लगा पढ़दे शब्द महाराज 59वें शब्द ते आके कहंदे ने, मैं फिर पहली गल कर लगा, अपने मन का हंकार छड़ ते बंदगी करिया। यही क्या, साधो मन का मान त्यागो। तो कहने राम भगत ये आन, छाड़ देते हैं मन को मान। ते उस दिन मैं आपको कहा सी, मन का मान जिहड़ा है ਇਹਦਾ पता दूजे नूं नहीं लगता, तन का पता लग जाता, वो भी तो मन रिलेटेड ही है ना। उंज कई बारी बंदा उत्तों उत्तों निमरता चोपड़ियां चिकनियां गल्लां करदा, पर अंदरों खुश हुंदा है। हंकार कहंदा वेख किन्ना लोग तेरे तो प्रभावित हुंदे। गुरु जी कहंदे तू मन दे मान भी जिहड़ा कंडा दिसदा नहीं, उन्होंने पट के बाहर मार होए। छाड़ देता मन को मान, हंकार छड़ दे, मान ना कर। ते महाराज कहंदे ने दुनिया च रह वसदा रहो। वाहिगुरू फिर सुनियो,
राम भगत ये आन छोड़ देता मन को मान, किसी चीज का मान, तन दा धन दा पैसे दा पदवी दा कथा दा कीर्तन दा कोई चीज। गुरु ग्रंथ साहब सच एवे इको गल कहने बस विश्यारो डिग पो। अगली गल फिर देखो सारा कुछ कह के नानक जन ए बखान, दास नानक गुरु तेग बहादुर साहब ये बोल के कह रहे ने मैं तेन बख्यान दे रहा जग में विराज रे। सुनो पहला कह रहे ने भी ये सब कुछ खत्म जग झूठा, नानक जन ए बखान जग में विराज रे। कह लगे तू गृहस्थी गए रब की भगती जिया कर ते बंदगी वाली शानो शक्त वाली जिंदगी जी के दुनिया च रहो, एवें क्यों रूली जाना। जग में विराज रे, इस दुनिया में रहो। वेख सुनो एक पासे कह दिता भी झूठ सब कुछ, कहते ने ये जिंदगी जी है एडी सोहनी बन जाएगी, इन्ना सोहना जीवन जुगत हो जाएगी, तू रब की भगती कर। नानक जन कहे नानक जन ए बखान जग में विराज रे। इस दुनिया च टिकया रहो, बंदगी करया कर, सिमरन करया कर। सतगुरु गुरु तेग बहादुर सच्चा बादशाह, मैं सिर्फ थोड़े जे मिनट लेने ने होर, बड़ी उन्होंने कृपा की महाराज जी। गुरमुखो मैं जिदन शुरू किया उदन भी क्या सी, वो रूहानीयत का खजाना दे के गए ते सिख इतिहास विच एक होर खजाना दे के गए, शीश गंज का खजाना दे के गए। गंज का अर्थ खजाना ही है। शब्द का खजाना गुरु अर्जुन देव जी ने दिता, पर असी गुरु अर्जुन देव के शहादत वाले स्थान को डेरा साहब कहने, यही कहने लाहौर जाने, पर चांदनी चौक को आप शीश गंज कहने। क्यों कहने शीश गंज? चलो असी सीधे पंजाबी शीश गंज शब्द वरतने। तो मैं आपनों ये बेनती करा जिन्ना जिन्ना राहां तो ये भी दुनिया च सिर्फ एको ही घटना, होर किते मिसाल नहीं मिलनी। एक शरीर दे दो संस्कार ते दोनों विच 7 दिनों का फर्क। एक 11 नवंबर की रात को हो रहा, दूजा 17 नवंबर को हो रहा है। एक दिल्ली हो रहा है ते दूसरा आनंदपुर साहब हो रहा है। शीश का संस्कार जिन्ना जिथे शीश कलम किया वह भी शीश गंज, जिथे जिथे गुरमुख प्यारे गुरु के बेटे भाई जैता जी जिन्ना थावां तो लंघ गए, जिथे जिथे रात तो शीश नूं लैके विश्राम करता रहा, वो थावां भी शीश गंज। गुरु तेग बहादुर ने शीश गंज बनाए ते गुरमुखो सिखा ने शीश दे दे के इन्ना वड्डा काम कर दिता, उन्हें शहीद गंज बना दी। इस नुकते नूं फिर सुनियो, शीश गुरु तेग बहादुर का भी उतरिया सच्ची सरकार का, ते शीश बाबा दीप सिंह का भी उतरिया। जिथे गुरु तेग बहादुर का शीश उचरिया वो शीश गंज है, ते जिथे बाबे दीप सिंह का शीश लगा वो शहीद गंज है। गुरु तेग बहादुर ने एक होर सानू दात दिती शहादतां विच, वो शीश गंज सी। उस सतगुरु नूं फिर असी इन्हां लफ्ज़ां नाल याद करांगे कि तिलक जंयूं राखा प्रभ ताका। भावें असी उन्हां दा आगमन ते सारी कथा कीती इस संबंध विच, पर गुरु गोबिंद सिंह दे इन्हां बचनां नाल तिलक जंयूं राखा प्रभ ताका, कीनो बडो कलू मैं साका, साधन खेत इति जिन करी, शीस दिया पर सी ना उचरी। धर्म खेत साका जिन किया, शीस दिया पर सिर न दिया। महाराज कहते हैं नाटक चेटक ये कुकाजा, प्रभ लोगन के आवत लाजा, ठीकर फोर दलीस सिर, प्रभुर पिया प्यान। देखो गुरु गोबिंद सिंह की चढ़ती कला दे बोल, कहते ने मेरे पिता ने अपना ठीकरा बादशाह के सिर ते भन्निया। ये इस नुकते नूं फिर सुनियो, पैरों च नहीं। मैं एक बार कथा करदे शीश गंज किया कि आम कमजोर बंदे पैरों च डिगदे आ। गुरु गोबिंद सिंह कहते ने मेरे बापू का तन का जिहड़ा ठीकरा है औरंगजेब के सिर च भज्जा, इन्ने जोर का ठीकरा भज्जा औरंगजेब का ताज ही उड़ा के रख सिर च डिग्या। याद रखियो, ठीकर फोर दलीस सिर, दलीस सिर दिल्ली दे बादशाह दे सिर, प्रभुर किया प्यान, मेरा बापू प्रभु दे देश चला गया। प्रभुर किया प्यान, तेग बहादुर सी किरिया करी न किनू हान।
ਇਸ ਕਰਕੇ ਮੈਂ ਕਿਹਾ ਗੁਰੂ ਤੇਗ ਬਹਾਦਰ ਨੂੰ ਯਾਦ ਕਰੀਏ। ਹਜ਼ੂਰ ਕਹਿੰਦੇ ਨੇ ਜੋ ਕੁਝ ਮੇਰੇ ਪਿਤਾ ਗੁਰੂ ਤੇਗ ਬਹਾਦਰ ਕਰ ਗਏ ਅੱਜ ਤੱਕ ਕੋਈ ਨਹੀਂ ਕਰ ਸਕਿਆ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ, ਤੇਗ ਬਹਾਦਰ ਕੇ ਚਲਤ भयो जगत को शोक, है सब जग भयो जय 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 सुरलोक। ऐसे गुरु तेग बहादुर सच्चे पातशाह तेरा रोम रोम शुक्र है, कोटान कोट शुक्र है। तुसी तरस कीता, जिन्नी को समत दिती अकल दिती, थां थां ते अपने अमृत शब्दां दी विचार कराई। ते मैं सारी संगत ही साडे लई गुरु रूप है, विच संगत हर प्रवसै जियो। पर आप जी दे इस स्थान दा, समुची कमेटी दा मैं फिर धन्नवादी हाँ। वैगुरु जी इस शब्द नूं कोई धड़ेबंदी च ना लिया जे, क्योंकि आप जी ने हुक्म किया, मैं दोबारा फिर आया। 4 दिन आप संगत ने असीसां बख्शियां। मैं आप संगत दा मैं पिछली बार क्या मैंने 26-25 साल हो गए ने तुहाडे कोल आउंदियां। तुसीं बहुत असीसां देंदे हो, कोई 2 साल सुनदा है, कोई 3 साल सुनदा है, तुसीं 25 साल तो सुन रहे हो। तुहानूं ये भी पता है मेरे च आ औगण ने, तुसीं मेरे औगण कदी चितार दे नहीं। मैं सच कहना, तुसीं पर्दे ढकदे हो। मैं आप संगती रूप च कह रहा, समुचे वीरां दा जिन्ने तुसी बैठे हो सब का धन्नवाद, प्रबंध का धन्नवाद, इत्थों के वजीर साहबाना का धन्नवाद। और मैं फिर अज कहन तो नहीं रहांगा, भाई साहब सिंह तुहाडा बहुत धन्नवाद, क्योंकि तुसी हर थां ते पहुँच के इस खजाने नूं रिकॉर्ड कर लिया। सतगुरु मेहर करे। मैं तो सिर्फ यही कहांगा अगले सालों च आवां, तुहाडा चेहरा बदलिया होवे। तुहाडा बहुत बहुत धन्नवाद। मैनूं यकीन है सतगुरु मेहर करेगा। आप समुचे वीरां दा संगत दा जी। वाहिगुरू जी का खालसा, वाहिगुरू।